ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗਿਆਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਮਹਾਰਾਜ ਨੇ ਜੋ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਇਤਿਹਾਸ ਦੀ ਜੋ ਕਥਾ ਦਾ ਸਮਾਂ ਹੈ, ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਅੰਸ਼ ਬੰਸ਼ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਜੀ ਦਾ ਜੀਵਨ ਪ੍ਰਸੰਗ। ਕੱਲ ਆਪਾਂ 13ਵੇਂ ਘਰ ਦਾ ਇਹ ਪ੍ਰਸੰਗ ਸਰਵਣ ਕੀਤਾ ਹੈ ਕਿ ਬੌਲੀ ਸਾਹਿਬ ਦੀ ਜੋ ਸੇਵਾ ਹੈ ਉਹ ਸੰਪੂਰਨ ਹੋਈ। ਮਹਾਨ ਸੇਵਾ ਕਰਨ ਵਾਲੇ ਸਧਾਰਨ ਨਾਮ ਦੇ ਗੁਰਸਿੱਖ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਬ੍ਰਹਮ ਗਿਆਨ ਬਖਸ਼ਿਆ ਤੇ ਕਿਹਾ ਭਾਈ ਇਹ ਸੰਤ ਸਧਾਰਨ ਹੈ। ਤਾਂ ਉਸ ਸਮੇਂ ਤੋਂ ਇਹ ਸਾਰੇ ਹੀ ਗੁਰਸਿੱਖ ਉਸ ਮਹਾਨ ਗੁਰਮੁਖ ਪਿਆਰੇ ਨੂੰ ਸੰਤ ਸਧਾਰਨ ਜੀ ਦੇ ਨਾਮ ਨਾਲ ਜਾਣਨ ਲੱਗੇ। ਬ੍ਰਹਮ ਗਿਆਨ ਦੀ ਅਵਸਥਾ ਪਾ ਕੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਉਪਰੰਤ ਇੱਕ ਜੋਗੀ ਆਇਆ ਮਹਾਰਾਜ ਦੇ ਕੋਲੇ, ਸਤਿਗੁਰੂ ਨੂੰ ਕਿਹਾ ਮਹਾਰਾਜ ਕਲਿਆਣਤਾ ਬਖਸ਼ੋ। ਗੁਰੂ ਸਾਹਿਬ ਨੇ ਸਵੈ ਕੇ ਬਚਨ ਕੀਤਾ ਕਿ ਸਾਡੇ ਕਿਸੇ ਗੁਰਸਿੱਖ ਦੇ ਘਰ ਸਿੱਖ ਧਰਮ ਵਿੱਚ ਜਨਮ ਲੈ, ਸਿੱਖੀ ਪਰਿਵਾਰ ਵਿੱਚ ਜਨਮ ਲੈ ਕੇ ਗੁਰੂ ਕੀ ਸਿੱਖੀ ਧਾਰਨ ਕਰਕੇ ਫੇਰ ਸੇਵਾ ਕਰਦਿਆਂ ਤੈਨੂੰ ਮੁਕਤੀ ਮਿਲੇਗੀ। ਕਹਿੰਦਾ ਮਹਾਰਾਜ ਹੋਰ ਕਿਸੇ ਦੇ ਫਿਰ ਕਿਉਂ ਤੋਰਦੇ ਹੋ, ਕਿਰਪਾ ਕਰਕੇ ਆਪਣੇ ਘਰ ਹੀ ਕਿਰਪਾ ਕਰ ਦਿਓ। ਸਤਿਗੁਰੂ ਨੇ ਮਿਹਰ ਕੀਤੀ। ਉਹ ਜੋਗੀ ਦੇ ਪ੍ਰਾਣ ਪੂਰੇ ਹੋਏ।
ਤੇ ਸਮੇਂ ਨਾਲ ਫਿਰ ਇੱਧਰ ਭਾਈ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਬਾਬਾ ਮੋਹਰੀ ਜੀ, ਉਹਨਾਂ ਦੇ ਘਰ ਬਾਲਕ ਨੇ ਜਨਮ ਲਿਆ ਤੇ ਉਹੀ ਸਿੱਧ ਪੁਰਸ਼ ਹੈ। ਗੁਰੂ ਸਾਹਿਬ ਜੀ ਨੇ ਬਾਲਕ ਦਾ ਨਾਮਕਰਨ ਕਰਦਿਆਂ ਆਨੰਦ ਸਾਹਿਬ ਬਾਣੀ ਉਚਾਰੀ ਤੇ ਬਾਲਕ ਦਾ ਨਾਮ ਵੀ ਆਨੰਦ ਰੱਖਿਆ। ਸਤਿਗੁਰਾਂ ਬਚਨ ਕਿਹਾ, ਭਾਈ ਹਰ ਕਾਰਜ ਵਿੱਚ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ, ਔਰ ਗੁਰਸਿੱਖ ਨੇ ਆਪਣੇ ਰੋਜ਼ਾਨਾ ਦੇ ਨਿਤਨੇਮ ਵਿੱਚ ਇਸ ਬਾਣੀ ਨੂੰ ਪੜ੍ਹਨਾ ਹੈ ਤਾਂ ਜੀਵਨ ਵਿੱਚ ਆਨੰਦ ਬਣਿਆ ਰਹੇਗਾ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ। ਆਓ ਅੱਗੇ 14ਵੇਂ ਘਰ ਦਾ ਪ੍ਰਸੰਗ, ਜਿਹਨੂੰ ਪ੍ਰੇਮਾ ਕੋੜੀ ਕਿਹਾ ਜਾਂਦਾ ਸੀ, ਫਿਰ ਮਥੋ ਮੁਰਾਰੀ ਕਿਵੇਂ ਮੰਜੀ ਬਖਸ਼ੀ, ਉਹ ਪ੍ਰਸੰਗ ਆ ਰਿਹਾ ਹੈ। ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਤਾਰਨ ਤਰਨ, ਦੀਨ ਬੰਦ ਗੁਣ ਖਾਨ। ਸੁਭਾਈਮਾਨ ਸਤਿਗੁਰੂ ਧੰਨ ਗੁਰੂ ਅਮਰਦਾਸ, ਜੋ ਭਾਈ ਤਾਰਨ ਤਾਰਨ ਵਾਸਤੇ ਤਰਨ ਸਰੂਪ ਬੇੜਾ ਜਹਾਜ਼ ਰੂਪ ਨੇ, ਦੀਨ ਬੰਦ ਦੀਨਾ ਬੰਧੂ ਹਨ, ਗੁਣ ਖਾਨ ਤੇ ਗੁਣਾਂ ਦੀ ਖਾਨ ਨੇ। ਜੋ ਜੋ ਆਵੇ ਸਰਨ ਕੋ, ਸੋ ਸੋ ਲਹਿ ਕਲਿਆਣ। ਜਿਹੜਾ ਵੀ ਕੋਈ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਉਹਨੂੰ ਕਲਿਆਣਤਾ ਮੁਕਤੀ ਦੀ ਪ੍ਰਾਪਤੀ ਹੋ ਰਹੀ ਹੈ। ਚੌਪਈ ਅਪਰ ਕਥਾ ਅਬ ਸੁਨੋ ਅਗਾਰੀ। ਹੁਣ ਭਾਈ ਹੋਰ ਕਥਾ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ, ਗੁਰਮੁਖੋ ਸਰੋਤਿਓ ਭਾਈ ਅੱਗੇ ਸੁਣ ਲਓ। ਸ੍ਰੀ ਸਤਿਗੁਰੂ ਮਹਾਤਮ ਭਾਰੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਮਹੱਤਵ ਬਹੁਤ ਵੱਡਾ ਹੈ। ਇੱਕ ਖੱਤਰੀ ਸੋ ਪ੍ਰੇਮਾ ਨਾਮ। ਇੱਕ ਖੱਤਰੀ ਪਰਿਵਾਰ ਦੇ ਵਿੱਚ ਪੈਦਾ ਹੋਇਆ, ਜਿਹਦਾ ਨਾਮ ਪ੍ਰੇਮਾ ਹੈ। ਮਾਤ ਪਿਤਾ ਨਹਿ ਭਰਾਤਾ ਧਾਮ। ਉਹਦੇ ਘਰ ਵਿੱਚ ਮਾਤਾ ਪਿਤਾ ਭਰਾ ਨਹੀਂ ਹੈ। ਕੁਸ਼ਟ ਸਰੀਰ ਵਿਖੈ ਰੁਝ ਭਇਓ। ਤੇ ਕੁਸ਼ਟ ਕੋੜ ਦੇ ਸਰੀਰ ਦੇ ਨਾਲ ਉਹ ਰੁਝ ਕਈਏ ਰੋਗੀ ਹੋਇਆ ਹੈ। ਅਦਕ ਦਰਿਦਰੀ ਸੋ ਹੋਇ ਗਇਓ। ਤੇ ਬਹੁਤ ਵੱਡਾ ਦਲਿਦਰੀ ਬਣ ਗਿਆ ਹੈ। ਹਾਥ ਪਾਦ ਗਰ ਕੈ ਗਿਰ ਪਰੇ। ਹੱਥ ਪੈਰ ਵੀ ਉਹਦੇ ਭਾਈ ਗਲ ਗਏ ਨੇ, ਝੜ ਗਏ ਨੇ, ਇੱਕ ਤਰ੍ਹਾਂ ਨਾਲ ਹੱਡੀਆਂ ਹੀ ਰਹਿ ਗਈਆਂ। ਕੋ ਨਹਿ ਨਿਕਟ ਹੋਣ ਦੇ ਖਰੇ। ਕੋਈ ਉਹਦੇ ਕੋਲ ਨਹੀਂ ਖੜਦਾ ਹੈ। ਵੇਖ ਅਮੰਗਲ ਪਿਖਤ ਗਿਲਾਨ। ਤੇ ਉਹਨੂੰ ਅਮੰਗਲ ਭਾਵ ਹਰ ਸਮੇਂ ਦੁਖੀ ਵੇਖ ਕੇ, ਮੰਗਲ ਨਾਮ ਖੁਸ਼ੀ ਦਾ, ਅਮੰਗਲ ਦੁਖੀ, ਹਰ ਸਮੇਂ ਦੁਖੀ ਵੇਖ ਕੇ ਉਦੋਂ ਗਿਲਾਨੀ, ਜਿਵੇਂ ਕਚਿਆਣਤਾ ਗਲਿਆਣਤਾ ਨਫ਼ਰਤ ਕਹਿ ਲੋ, ਸਭ ਕਰਦੇ ਹਨ। ਮਾਖੀ ਬ੍ਰਿੰਦ ਸੰਗ ਤੇ ਠਾਨ। ਤੇ ਮੱਖੀਆਂ ਬਹੁਤ ਸਰੀਰ ਦੇ ਉੱਤੇ ਉਹਦੇ ਭਿਣਕਦੀਆਂ ਨੇ। ਗਲ ਮਹਿ ਬੰਨ੍ਹਿਓ ਮਾਟੀ ਬਾਸਨ। ਗਲ ਦੇ ਵਿੱਚ ਉਹਨੇ ਇੱਕ ਮਿੱਟੀ ਦਾ ਭਾਂਡਾ ਬੰਨਿਆ ਹੋਇਆ ਹੈ। ਠਾਡੇ ਹੋਏ ਨਾ ਆਏ ਕੋ ਪਾਸਨ। ਕਿਉਂ ਭਾਈ ਖੜਾ ਵੀ ਨਹੀਂ ਹੋ ਹੁੰਦਾ, ਠਾਡੇ ਹੋਏ ਨਾ ਆਏ ਕੋ ਪਾਸਨ। ਕੋਈ ਉਹਦੇ ਕੋਲ ਨਹੀਂ ਆਉਂਦਾ। ਬੈਠਿਓ ਘਿਸਰ ਘਿਸਰ ਕਰ ਚੱਲੈ। ਤੇ ਬੈਠਾ ਹੋਇਆ ਘਿਸੜ ਘਿਸੜ ਕੇ ਚੱਲਦਾ ਹੈ। ਘਰ ਕੇ ਦਇਆ ਟੂਕ ਤੇ ਘਾਲੈ। ਇਉਂ ਭਾਈ ਉਹਦੇ ਤੇ ਕੋਈ ਦਇਆ ਕਰਦਾ ਤੇ ਕੋਈ ਨਾ ਕੋਈ ਟੁਕੜਾ ਰੋਟੀ ਦਾ ਉਸਨੂੰ ਦੇ ਜਾਂਦਾ ਹੈ। ਇਸ ਵਿਦ ਆਪਣੋ ਸਮੋ ਬਿਤਾਵੈ।
ਇਸ ਤਰ੍ਹਾਂ ਆਪਣਾ ਸਮਾਂ ਬਤੀਤ ਕਰਦਾ ਹੈ। ਦਿਵਸ ਜਾਮਨੀ ਸੰਕਟ ਪਾਵੈ, ਤੇ ਇਉਂ ਸਾਰਾ ਦਿਨ ਕੀ ਰਾਤ ਕੀ ਦੁੱਖ ਹੀ ਪਾਉਂਦਾ ਹੈ। ਇਹਦੀ ਇਸ ਤਰ੍ਹਾਂ ਕਥਾ ਕਿ ਮੰਦਰ ਪਿੰਡ ਦਾ ਸੀ ਇੱਧਰ, ਤੇ ਸੀ ਤਾਂ ਅਮੀਰਾਂ ਦਾ ਲੜਕਾ, ਨਸ਼ਿਆਂ ਵਿਸ਼ਿਆਂ ਵਿੱਚ ਪੈ ਗਿਆ, ਜ਼ਿੰਦਗੀ ਬਰਬਾਦ ਹੋ ਗਈ, ਘਰਦਿਆਂ ਨੇ ਵੀ ਘਰੋਂ ਕੱਢਤਾ, ਕੋੜ ਹੋ ਗਿਆ, ਕੋਈ ਇਹਨੂੰ ਘਰੇ ਨਹੀਂ ਬਾੜਦਾ ਹੈ। ਬਾਰ-ਬਾਰ ਜੰਗਲ ਜੇ ਦੇ ਇਲਾਕੇ ਜਿੱਥੋਂ ਦੀ ਕੋਈ ਰਸਤਾ ਸੀ ਉੱਥੇ ਕੁੱਲੀ ਜੀ ਪਾ ਕੇ ਰਾਹ ਤੇ ਬੈਠ ਗਿਆ। ਤੁਰਿਆ ਜਾਂਦਾ, ਕੋਈ ਇਹਨੂੰ ਰੋਟੀ ਟੁਕੜਾ ਦੇ ਜਾਂਦਾ ਸੀ, ਨੇੜੇ ਦੇ ਕੋਈ ਜਾਂਦਾ ਨਹੀਂ ਸੀ। ਇਹ ਇਸ ਤਰ੍ਹਾਂ ਦੀ ਇਹਦੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿੰਦਗੀ ਲਿਖੀ ਹੈ। ਦਿਨ ਰਾਤ ਦਿਵਸ ਜਾਮਨੀ ਸੰਕਟ ਪਾਵੈ, ਦਿਨ ਤੇ ਰਾਤ ਦੁੱਖ ਪਾਉਂਦਾ ਹੈ। ਤਿਸ ਗੁਰ ਮਹਿਮਾ ਸੁਣੀ ਕਨੇਰੀ, ਇਹਨੇ ਗੁਰੂ ਅਮਰਦਾਸ ਜੀ ਦੀ ਬੇਅੰਤ ਮਹਿਮਾ ਸੁਣੀ ਹੈ। ਜਨਮ ਰੰਕ ਜਿਉ ਸੁਰ ਤਰ ਕੇਰੀ, ਜਿਵੇਂ ਗੁਰਮੁਖੋ ਕੋਈ ਜਨਮ ਰੰਕ, ਜਨਮ ਤੋਂ ਕੰਗਾਲ ਹੋਵੇ ਤੇ ਉਸ ਨੂੰ ਸੁਰ ਤਰ ਕਲਪ ਵਿਰਸ਼ ਦੀ ਪ੍ਰਾਪਤੀ ਹੋਣ ਵਾਲੀ ਗੱਲ ਹੋ ਜੇ। ਸਤਿਗੁਰ ਕੋ ਸਿਮਰਤ ਚਿਤ ਚਾਹਤ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿਮਰਦਾ ਚਿੱਤ ਵਿੱਚ ਚਾਹਨਾ ਕਰਦਾ ਹੈ। ਦਰਸ਼ਨ ਪਾਵੋ ਬਹੁਤ ਉਮਾਹਤ, ਕਿ ਬਹੁਤ ਹੀ ਇਹਦੇ ਅੰਦਰ ਉਤਸ਼ਾਹ ਹੈ, ਮੈਂ ਮਹਾਰਾਜ ਜੀ ਦੇ ਦਰਸ਼ਨ ਕਰਾਂ। ਸੰਗ ਨਿਤੰਬਨ ਕਿਸਰਤ ਚਾਲੈ, ਤੇ ਇਉਂ ਨਿਤੰਬਾਂ ਸਹਿਤ ਭਾਵ ਪੱਟਾਂ ਤੇ ਥੱਲਿਓਂ ਘਿਸੜ ਘਿਸੜ ਕੇ ਇਹ ਚੱਲਦਾ ਹੈ, ਤੁਰ ਨਹੀਂ ਹੁੰਦਾ ਇਸ ਤੋਂ। ਪਲ ਪਲ ਪ੍ਰੇਮ ਕਲਾ ਪ੍ਰਤਪਾਲੈ ਹੈ, ਹੁਣ ਪਲ ਪਲ ਹਰ ਸਮੇਂ ਪ੍ਰੇਮ ਦੀ ਕਲਾ ਨੂੰ ਪਾਲਦਾ ਹੈ। ਫਤਿਹਬਾਦ ਤੇ ਚੱਲ ਕਰ ਆਇਓ, ਫਤਿਆਬਾਦ ਉਸ ਇਲਾਕੇ ਤੋਂ ਇਹ ਸੰਗਤਾਂ ਆਉਂਦੀਆਂ ਸੀ। ਕਿਸੇ ਪਰਉਪਕਾਰੀ ਨੇ ਕਹਿਤਾ ਚਲੋ ਇਹਨੂੰ ਲੈ ਚੱਲੋ ਮਹਾਰਾਜ ਦੇ ਦਰ ਤੇ ਭਲਾ ਹੋ ਜੂ। ਕਿਉਂ ਭਾਈ ਚੱਲ ਕੇ ਆਇਆ ਹੈ। ਬਹੁਤ ਦਿਨ ਮਹਿ ਗੁਰਪੁਰ ਪਹੁੰਚਾਇਓ, ਬਹੁਤ ਦਿਨਾਂ ਵਿੱਚ ਇਹਨੂੰ ਗੁਰਪੁਰੀ ਜੋ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਪਹੁੰਚਾਇਆ ਹੈ। ਸਤਿਗੁਰ ਕੇ ਦਰਬਾਰ ਅਗਾਰੀ, ਹੁਣ ਦਰਬਾਰ ਤੋਂ ਬਾਹਰ ਹੀ, ਕਿਉਂਕਿ ਮੁਸ਼ਕ ਮਾਰਦਾ ਸੀ, ਬੁਰਾਏ ਦਾ ਹਾਲ ਸੀ, ਇਸ ਕਰਕੇ ਕਿਹਾ ਵੀ ਭਾਈ ਇੱਥੇ ਬਹਿ ਜਾ ਤੂੰ, ਮਹਾਰਾਜ ਕਿਰਪਾ ਕਰਨਗੇ, ਅੰਦਰ ਤੇਰੀ ਹਾਲਤ ਨਹੀਂ ਅਜੇ ਜਾਣ ਵਾਲੀ, ਤੂੰ ਮਰਿਆਦਾ 'ਚ ਨਹੀਂ ਹੈ। ਤੇ ਕਿਉਂਕਿ ਇਹ ਵੀ ਮਰਿਆਦਾ ਰੀਤੀ ਤਾਂ ਚਾਹੇ ਕੋਈ ਕਿਸੇ ਤਰ੍ਹਾਂ ਦੀ ਵੀ ਬੁੱਧੀ ਹੈ, ਉਹਦੀ ਜ਼ਰੂਰੀ ਹੈ ਰੱਖਣੀ ਦਰਬਾਰ ਦੀ। ਤੇ ਹੁਣ ਉਹ ਜਿਹੋ ਜਿਹੀ ਦੀ ਹਾਲਤ ਸੀ, ਉਹ ਦਰਬਾਰ ਵਿੱਚ ਜਾਣ ਵਾਲਾ ਨਹੀਂ ਸੀ। ਇਸ ਕਰਕੇ ਸਤਿਗੁਰੂ ਦਾ ਜਿਹੜਾ ਦਰਬਾਰ ਹੈ ਉਹਦੇ ਬਾਹਰਲੇ ਪਾਸੇ ਹੀ ਧੂਰ ਲਪੇਟਿਓ ਸ਼ਰਧਾ ਧਾਰੀ, ਉੱਥੇ ਬੈਠਾ ਹੈ, ਧੂੜ ਉੱਤੇ ਲੱਗੀ ਜਾਂਦੀ ਹੈ, ਸ਼ਰਧਾ ਬਹੁਤ ਧਾਰੀ ਹੈ। ਪੁਨ ਅੰਤਰ ਜਬ ਪ੍ਰਵਸਤ ਨਾ ਜਾਈ, ਫਿਰ ਜਦੋਂ ਭਾਈ ਪ੍ਰਵਾਸਤ ਜਾਂ ਪ੍ਰਵੇਸ਼ਤ ਸ਼ਬਦ ਕੰਨਾ ਜਿਹੜਾ ਲੱਗ ਜੇ ਸਹੀ ਬਣਦਾ। ਪੁਨ ਅੰਤਰ ਜਬ ਪ੍ਰਵੇਸ਼ਤ ਜਾਈ, ਫਿਰ ਜਦੋਂ ਇਹ ਅੰਦਰ ਪ੍ਰਵੇਸ਼ ਹੋਣ ਲੱਗਿਆ ਹੈ, ਤਬ ਇੱਕ ਸਿੱਖ ਕਹਿਓ ਤਿਸ ਤਾਈ, ਇੱਕ ਸਿੱਖ ਨੇ ਫਿਰ ਇਹਦੇ ਤਾਈ ਇਹਨੂੰ ਕਿਹਾ, ਗੁਰ ਦਰਸ਼ਨ ਹਿਤ ਨਹਿ ਤੂੰ ਜਾਏ। ਭਾਈ ਤੇਰਾ ਜਿਹੜਾ ਸਰੀਰ ਹੈ, ਇਹਦੀ ਹਾਲਤ ਇਹੋ ਜਿਹੀ ਹੈ, ਕੋਈ ਨਹੀਂ, ਬੇਨਤੀ ਕਰ ਤੂੰ ਹਜੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਅੰਦਰ ਨਾ ਜਾ। ਤਬ ਜਾਵੋ ਜਬ ਆਪ ਬੁਲਾਏ, ਉਦੋਂ ਜਾਈ ਜਦੋਂ ਮਹਾਰਾਜ ਆਪ ਆਗਿਆ ਦੇਣਗੇ, ਤੈਨੂੰ ਸੱਦਣਗੇ। ਸੁਣ ਕਰ ਸ਼ੋਕਾ ਤਰ ਬਹੁ ਹੋਵਾ, ਇਹ ਸੁਣ ਕੇ ਬਹੁਤ ਸ਼ੋਕਾ ਤਰ ਦੁੱਖ ਦੇ ਵਿੱਚ ਹੋਇਆ ਹੈ। ਜੇ ਅਬ ਮੋਹੇ ਨ ਦਰਸ਼ਨ ਹੋਵਾ, ਜੇ ਹੁਣ ਮੈਨੂੰ ਦਰਸ਼ਨ ਨਾ ਹੋਇਆ,
ਆਵਨ ਸ਼ਰਮ ਬਾਦ ਗਇਓ ਮੇਰਾ। ਫਿਰ ਤਾਂ ਇੱਥੇ ਮੇਰਾ ਆਉਣਾ ਵੀ, ਆਸ਼ਰਮ ਮੇਰੀ ਐਵੇਂ ਥਕਾਵਟ ਵੀ ਬੇਅਰਥੀ ਚਲੀ ਜਾਊ। ਭਇਓ ਨਾ ਫਲ ਪ੍ਰਾਪਤ ਦੁੱਖ ਘੇਰਾ। ਇਉਂ ਮੈਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਫਲ ਨਹੀਂ ਪ੍ਰਾਪਤ ਹੋਣਾ, ਆ ਦੁੱਖਾਂ ਦਾ ਹੀ ਘੇਰਿਆ ਰਹੂੰ। ਮੈਂ ਨਿਰਭਾਗ ਜਹਾਂ ਚੱਲ ਜਾਊਂ। ਤੇ ਮੈਂ ਭਾਗਾਂ ਤੋਂ ਹੀਣਾ ਜਿੱਥੇ ਵੀ ਚੱਲ ਕੇ ਜਾਵਾਂਗਾ। ਨਿਹਫਲ ਹੈ ਤਹਾਂ ਨਹੀਂ ਕਛ ਪਾਊ। ਮੇਰਾ ਤਾਂ ਜਿੱਥੇ ਵੀ ਮੈਂ ਗਿਆ ਜਾਣਾ ਨਿਹਫਲ ਹੀ ਹੈ, ਫਿਰ ਕੋਈ ਮੈਨੂੰ ਕੁਝ ਪ੍ਰਾਪਤ ਨਹੀਂ ਹੋਵੇਗਾ। ਬਿਨ ਦਰਸ਼ਨ ਗਮਨੋ ਕਿਤ ਨਾਹੀ। ਇਸ ਕਰਕੇ ਹੁਣ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਕਿਤੇ ਨਹੀਂ ਜਾਵਾਂਗਾ। ਕੈ ਮਰਹੁ ਕੈ ਦਰਸ਼ਨ ਪਾਹੀ। ਐਸਾ ਮਨ ਵਿੱਚ ਧਾਰ ਲਿਆ ਵੀ ਜਾਂ ਤੇ ਮਰ ਜਾਵਾਂਗਾ ਜਾਂ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਦ੍ਰਿੜ ਕਰ ਪ੍ਰੇਮ ਥਿਰਿਓ ਧਾਰੇ ਆਗੇ। ਬਹੁਤ ਵੱਡਾ ਪ੍ਰੇਮ ਧਾਰ ਕੇ ਗੁਰੂ ਸਾਹਿਬ ਦੇ ਦਰ ਤੇ ਇਹ ਟਿਕ ਗਿਆ ਹੈ। ਮੁਖ ਤੇ ਗੁਰ ਗੁਰ ਜਪਨੇ ਲਾਗੇ। ਤੇ ਮੁਖ ਤੋਂ ਭਾਈ ਗੁਰੂ ਗੁਰੂ ਜਪਣ ਲੱਗ ਪਿਆ, ਗੁਰੂ ਸਾਹਿਬ ਦਾ ਨਾਮ ਜਪਦਾ ਹੈ। ਕਬ ਕਬ ਗਾਵੈ ਉੱਚੀ ਧੁਨ ਤੇ। ਕਦੇ ਕਦੇ ਇਹ ਉੱਚੀ ਆਵਾਜ਼ ਨਾਲ ਗਾਉਂਦਾ, ਗੁਰੂ ਸਾਹਿਬ ਦਾ ਨਾਮ ਲੈਂਦਾ। ਆਵਤ ਜਾਤ ਸਿੱਖ ਸਭ ਸੁਨ ਤੇ। ਆਉਂਦੇ ਜਾਂਦੇ ਸਾਰੇ ਸਿੱਖ ਇਹਦੀ ਆਵਾਜ਼ ਸੁਣਦੇ ਐ। ਗਇਓ ਕਛੌਟਾ ਲੱਦਾ ਗਾਵੇ। ਇਹ ਕਹਿੰਦਾ ਗਿਆ ਕਛੌਟਾ ਲੱਦਾ ਫੇਰ। ਇਹੀ ਇਹਨੇ ਗਾਈ ਜਾਣਾ ਕਿ ਜਿਹੜਾ ਕੁਝ ਮੇਰਾ ਗਵਾਚਿਆ ਸੀ ਉਹ ਹੁਣ ਮੈਨੂੰ ਲੱਭ ਗਿਆ, ਇੱਥੇ ਗੁਰੂ ਦੇ ਦਰ ਤੇ ਪ੍ਰਾਪਤ ਹੋ ਜਾਂਦਾ ਹੈ। ਉੱਚੇ ਢੇਰਤ ਗੁਰੂ ਸੁਣਾਵੇ। ਇਹ ਉੱਚੀ ਆਵਾਜ਼ ਦੇ ਵਿੱਚ ਇਹ ਗੁਰਮੁਖੋ ਕਹਿੰਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਉਂ ਸੁਣਾਉਂਦਾ ਹੈ ਵੀ ਗੁਰੂ ਨੂੰ ਮੇਰੇ ਇਹ ਬੇਨਤੀ ਸੁਣ ਜਾਵੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦਾ ਹੈ। ਖਰੇ ਆਨ ਹੋਵਤ ਸੁਨ ਪਾਹੂ। ਤੇ ਜਦੋਂ ਇਹ ਇਸ ਤਰ੍ਹਾਂ ਗਾਉਂਦਾ ਹੈ, ਹੁਣ ਨਵੀਂ ਗੱਲ ਸੀ ਨਾ, ਜਿਹੜੇ ਲੋਕ ਉੱਥੇ ਆ ਕੇ ਖੜ ਜਾਂਦੇ ਨੇ, ਖਰੇ ਆਨ ਹੋਵਤ ਸੁਨ ਪਾਹੂ, ਇਹ ਤੋਂ ਇਹ ਸੁਣਨ ਦੇ ਵਾਸਤੇ ਕੋਲ ਖੜ ਜਾਂਦੇ। ਕਹਿ ਕਹਿ ਪੁਨਹ ਗਵਾਏ ਸਤਾਹੂ। ਤੇ ਇਹਨੂੰ ਕਹਿ ਕਹਿ ਕੇ ਬਾਰ-ਬਾਰ ਇਹ ਤੋਂ ਗਵਾਉਂਦੇ ਆ। ਫੇਰ ਕਹੀਂ ਗਿਆ ਕਛੋਟਾ ਲੱਦਾ ਫੇਰ। ਇਹ ਫੇਰ ਇਸੇ ਤਰ੍ਹਾਂ ਗਾਉਂਦਾ ਹੈ। ਕਹੇ ਨਰਨ ਕੇ ਪੁਨ ਪੁਨ ਗਾਵੇ। ਲੋਕਾਂ ਦੇ ਕਹੇ ਤੋਂ ਵਾਰ-ਵਾਰ ਇਸੇ ਤਰ੍ਹਾਂ ਗਾਉਂਦਾ ਹੈ। ਚਹਿਤ ਦਰਸ ਦਿਨ ਰਾਤ ਬਿਤਾਵੇ। ਦਰਸ਼ਨਾਂ ਦੀ ਚਾਹਨਾ ਲੈ ਕੇ ਆਪਣਾ ਦਿਨ ਰਾਤ ਬਤੀਤ ਕਰਦਾ ਹੈ। ਪਾਣੀ ਅੰਨ ਦਇਆ ਕਰ ਦੇਤ। ਇਹਨੂੰ ਅੰਨ ਪਾਣੀ ਸਿੱਖ ਦਇਆ ਕਰਕੇ ਦੇ ਦਿੰਦੇ ਹਨ। ਬੈਠਿਓ ਰਹਿ ਸੁਦਰਸ਼ਨ ਹੇਤ। ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਬੈਠਾ ਰਹਿੰਦਾ ਹੈ। ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰ੍ਹਾਂ ਇਹਨੇ ਕੁਝ ਦਿਨ ਬਤੀਤ ਕੀਤੇ। ਉੱਚੇ ਢੇਰਤ ਗੁਰੂ ਸੁਨਾਏ। ਉੱਚੀ ਉੱਚੀ ਆਵਾਜ਼ ਵਿੱਚ ਬੋਲਦਾ ਹੈ ਕਿ ਗੁਰੂ ਸਾਹਿਬ ਨੂੰ ਸੁਣ ਜਾਵੇ। ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਗੁਰਸਿੱਖਾਂ ਨੇ ਵੀ ਬੇਨਤੀ ਕਰਤੀ, ਮਹਾਰਾਜ ਇਹੋ ਜਿਹਾ ਕੋਈ ਬੈਠਾ ਹੈ। ਜਬ ਹੈ ਪ੍ਰੇਮ ਨੇ ਵਿਆਕੁਲ ਕਰਿਓ। ਤੇ ਜਦੋਂ ਪ੍ਰੇਮ ਨੇ ਇਹਨੂੰ ਬਹੁਤ ਵਿਆਕੁਲ ਕਰ ਦਿੱਤਾ। ਨਹਿ ਸੁਧ ਦੇਹ ਰਹੇ ਉਹ ਧਰ ਭਰਿਓ। ਹੁਣ ਸਰੀਰ ਦੀ ਵੀ ਪ੍ਰੇਮੇ ਨੂੰ ਕੋਈ ਸੋਝੀ ਨਾ ਰਹੀ, ਧਰਤੀ ਤੇ ਪਿਆ ਹੈ। ਤਿਸ ਔਰ ਕੀ ਲਖ ਅੰਤਰ ਜਾਮੀ। ਇਹਦੇ ਹਿਰਦੇ ਦੀ ਜਾਣ ਕੇ ਅੰਤਰਜਾਮੀ ਸਤਿਗੁਰੂ ਨੇ। ਸਰਬ ਕਲਾ ਸਮਰੱਥ ਸੁਆਮੀ।
ਜੋ ਗੁਰੂ ਅਮਰਦਾਸ ਮਹਾਰਾਜ ਸਰਬ ਕਲਾ ਸਮਰੱਥਨ ਮਾਲਕ ਜੀ, ਜਾਣਿਓ ਭਗਤ ਪ੍ਰੇਮ ਮਹਿ ਪਾਗਾ। ਜਾਣਿਆ ਵੀ ਇਹ ਜਿਹੜਾ ਪ੍ਰੇਮਾ ਹੈ, ਪ੍ਰੇਮਾ ਭਗਤੀ ਦੇ ਵਿੱਚ ਪੱਗਿਆ ਗਿਆ। ਪਾਗਾ ਦਾ ਭਾਵ ਹੈ ਟਿਕ ਜਾਣਾ, ਰੱਤੇ ਜਾਣਾ। ਅਪਰ ਆਸਰੋ ਮਨ ਘਰ ਤਿਆਗਾ। ਹੋਰ ਜਿਹੜਾ ਇਹਦਾ ਆਸਰਾ ਸੀ ਉਹ ਮਨ ਕਰਕੇ ਬਾਕੀ ਸਾਰੇ ਹੀ ਆਸਰੇ ਨੇ ਛੱਡ ਦਿੱਤੇ। ਥਾਵ ਨਿਥਾਵਨ ਮਾਨ ਨਿਮਾਨਾ। ਤਾਂ ਭਾਈ ਨਿਥਾਵਿਆਂ ਦਾ ਥਾਵ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ। ਇਸ ਵਿਦੇ ਆਪਣੋ ਬਿਰਦ ਪਛਾਨਾ। ਜਾਣਿਆ ਹੁਣੇ ਸਾਡੇ ਆਸਰੇ ਹੈ, ਇਸ ਕਰਕੇ ਫਿਰ ਮਹਾਰਾਜ ਨੇ ਇਹ ਆਪਣਾ ਭਾਈ ਬਿਰਦ ਪਛਾਣਿਆ। ਭੇ ਪ੍ਰਸੰਸ ਸਿੱਖਨ ਸੋ ਕਹਾ। ਪ੍ਰਸੰਨ ਹੋ ਕੇ ਸਤਿਗੁਰੂ ਜੀ ਇੱਕ ਦਿਨ ਸਿੱਖਾਂ ਨੂੰ ਕਹਿੰਦੇ, ਲੈ ਜਾਵੋ ਤਿਸ ਬਾਪੀ ਜਹਾਂ। ਹੁਣ ਮਹਾਰਾਜ ਨੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸਭ ਤੋਂ ਪਹਿਲਾਂ ਮਹਾਰਾਜ ਨੇ ਜਿਹੜਾ ਆਪ ਇਸ਼ਨਾਨ ਕੀਤਾ ਗੁਰੂ ਸਾਹਿਬ ਨੇ, ਤੇ ਇਸ਼ਨਾਨ ਕਰਕੇ ਕਿਹਾ ਵੀ ਆਹ ਜਲ ਲੈ ਜਾਓ, ਇਹਦੇ ਨਾਲ ਪਹਿਲਾਂ ਪ੍ਰੇਮੇ ਦਾ ਇਸ਼ਨਾਨ ਕਰਵਾਓ। ਫਿਰ ਗੁਰਮੁਖੋ ਇਸ਼ਨਾਨ ਕਰਾਉਂਦੇ ਰਹੇ। ਇਹਦਾ ਕੋਹੜ ਠੀਕ ਹੋਇਆ। ਜਦੋਂ ਫਿਰ ਕੋਹੜ ਠੀਕ, ਦਾਗ ਨੇ ਵੱਡੇ ਵੱਡੇ, ਫਿਰ ਮਹਾਰਾਜ ਕਹਿੰਦੇ ਇਹਨੂੰ ਬੌਲੀ ਵਿੱਚ ਇਸ਼ਨਾਨ ਕਰਾ ਕੇ ਲਿਆਓ। ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਾਇਆ। ਦਾਗ ਮਿਟ ਗਏ ਪਰ ਇਹਦਾ ਰੰਗ ਕਾਲਾ ਹੋ ਗਿਆ। ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਇਹ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਲੈ ਜਾਵੋ ਤਿਸ ਬਾਪੀ ਜਹਾਂ। ਇਹਨੂੰ ਹੁਣ ਲੈ ਜਾਓ ਭਾਈ ਜਿੱਥੇ ਬੌਲੀ ਸਾਹਿਬ ਹੈ। ਜਲ ਨਿਕਾਸ ਕਰ ਤਿਸੇ ਨਹਾਵੋ। ਬੌਲੀ ਦਾ ਜਲ ਕੱਢ ਕੇ ਮਹਾਰਾਜ ਕਹਿੰਦੇ ਇਹਦਾ ਇਸ਼ਨਾਨ ਕਰਵਾਓ। ਇੱਕ ਅੰਬਰ ਮਹਿ ਢਾਪ ਲਿਆਵੋ। ਤੇ ਇੱਕ ਬਸਤਰ ਵਿੱਚ ਫਿਰ ਇਹਨੂੰ ਢੱਕ ਕੇ ਸਾਡੇ ਕੋਲ ਲੈ ਆਓ। ਸੁਨ ਸਿੱਖਨ ਕਰ ਚੌਪ ਗਏ ਹੈ। ਤੇ ਸਿੱਖ ਭਾਈ ਸੁਣ ਕਰਕੇ ਚਾਅ ਨਾਲ ਗਏ ਹਨ। ਕਹਿਓ ਉਦੈ ਤਬ ਭਾਗ ਭਏ ਹੈ। ਤੇ ਜਾ ਕੇ ਕਹਿੰਦੇ, ਪ੍ਰੇਮਿਆ ਤੇਰੇ ਭਾਈ ਭਾਗ ਜਾਗ ਪਏ। ਉਦੈ ਤਬ ਭਾਗ, ਉਦੇ ਹੋਣਾ ਜਾਗਣਾ, ਤੇਰੇ ਭਾਗ ਜਾਗ ਪਏ ਹਨ। ਤੇਹ ਜਲ ਜਾ ਇਸ਼ਨਾਨ ਕਰਾਵਾ। ਇਹਦਾ ਫਿਰ ਬੌਲੀ ਸਾਹਿਬ ਦੇ ਕੋਲ ਬਾਹਰ ਬਿਠਾ ਲਿਆ ਤੇ ਅੰਦਰੋਂ ਗੁਰਸਿੱਖ ਜਲ ਲੈ ਕੇ ਆਏ। ਬੌਲੀ ਸਾਹਿਬ ਚੋਂ ਬਾਹਰ ਲਿਆ ਕੇ ਉਸ ਜਲ ਨਾਲ ਇਸ਼ਨਾਨ ਕਰਵਾਇਆ। ਵੱਡ ਚਾਦਰ ਮਹਿ ਤਿਸੇ ਟਪਾਵਾ। ਤੇ ਵੱਡੇ ਬਸਤਰ ਚਾਦਰ ਨਾਲ ਇਸ ਨੂੰ ਢਕਿਆ ਹੈ। ਨਖ ਸਿੱਖ ਛਾਦਨ ਕੀਨ ਸਰੀਰ। ਨਖ ਸਿੱਖ ਇਹ 9 ਤੋਂ ਲੈ ਕੇ ਸਿੱਖ ਸਿਰ ਦੀ ਚੋਟੀ ਤੱਕ। ਛਾਦਨ ਕੀਨ ਸਰੀਰ, ਇਹਦੇ ਸਰੀਰ ਨੂੰ ਢੱਕ ਲਿਆ ਹੈ। ਲੈ ਪਹੁੰਚੇ ਪੁਨ ਸਤਿਗੁਰ ਤੀਰ। ਫਿਰ ਭਾਈ ਸਤਿਗੁਰੂ ਜੀ ਦੇ ਕੋਲ ਲੈ ਪਹੁੰਚੇ ਹਨ। ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ। ਕਿਰਪਾਲੂ ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ। ਨਿਜ ਕਰ ਸੋ ਮੁਖ ਵਹਿਰ ਨਿਕਾਲਾ। ਆਪਣੇ ਹੱਥਾਂ ਨਾਲ ਬਸਤਰ ਪਾਸੇ ਕੀਤਾ ਤੇ ਦਾ ਮੂੰਹ ਬਾਹਰ ਕੱਢਿਆ। ਦ੍ਰਿਸ਼ਟ ਭਰੀ ਸਤਿਗੁਰ ਕੀ ਜਬੈ। ਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੀ ਦ੍ਰਿਸ਼ਟੀ ਇਹਦੇ ਤੇ ਪਈ, ਤਨ ਅਰੋਗ ਭਾ ਸੁੰਦਰ ਤਬੈ। ਇਹਦਾ ਭਾਈ ਸਰੀਰ ਤੁਰੰਤ ਉਸ ਸਮੇਂ ਅਰੋਗ ਹੋ ਗਿਆ, ਕੋਈ ਰੋਗ ਨਹੀਂ ਰਿਹਾ। ਨਿਜ ਘਰ ਤੇ ਪੁਨ ਬਸਤਰ ਦਏ ਹੈ। ਫਿਰ ਮਹਾਰਾਜ ਨੇ ਆਪਣੇ ਹੱਥੋਂ ਹੀ ਇਹਨੂੰ ਪਹਿਨਣ ਵਾਸਤੇ ਪ੍ਰੇਮੇ ਨੂੰ ਬਸਤਰ ਦਿੱਤੇ ਹਨ। ਸਭ ਨਵੀਨ ਪਹਿਨਾਏ ਭਲੇ ਹੈ। ਤੇ ਸਾਰੇ ਵਸਤਰ ਭਾਈ ਭਲੀ ਪ੍ਰਕਾਰ ਨਵੇਂ ਪਹਿਨਾ ਦਿੱਤੇ।
ਸਭਾ ਮਝਾਰ ਕਹਿਓ ਗੁਰ ਬੈਨ। ਗੁਰੂ ਸਾਹਿਬ ਜੀ ਨੇ ਸਭਾ ਦੀਵਾਨ ਦੇ ਵਿੱਚ ਫਿਰ ਇਹ ਬਚਨ ਕਹੇ, ਤਨ ਜਾਹੈ ਜਹ ਸਿੱਖ ਕੇ ਐਨ। ਕੋਈ ਸਿੱਖ ਉੱਠੇ ਜਿਹਦੇ ਘਰ ਭਾਈ ਪੁੱਤਰੀ ਹੋਵੇ, ਮਮ ਆਇਸ ਤੇ ਇਸ ਕੋ ਦੇਵੈ। ਸਾਡਾ ਹੁਕਮ ਹੈ ਕੋਈ ਭਾਈ ਇਹਦੇ ਨਾਲ ਆਪਣੀ ਪੁੱਤਰੀ ਦੀ ਸ਼ਾਦੀ ਕਰੇ। ਗੁਰੂ ਸਾਹਿਬ ਨੇ ਇਹਨੂੰ ਮੁਰਾਰੀ ਕਿਹਾ। ਜਦੋਂ ਮਹਾਰਾਜ ਨੇ ਇਹਦਾ ਰੰਗ ਜਿਹਾ ਸੰਗਤ ਵਿੱਚ ਆਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਕਹਿਣ ਕਿਰਪਾ ਕਰਤੀ, ਰੰਗ ਕਾਲਾ ਸੀ। ਮਹਾਰਾਜ ਕਹਿੰਦੇ ਦੇਖੋ ਸਾਡਾ ਮੁਰਾਰੀ ਆ ਗਿਆ। ਮੁਰਾਰੀ ਗੁਰਮੁਖੋ ਕ੍ਰਿਸ਼ਨ ਭਗਵਾਨ ਨੂੰ ਕਿਹਾ ਤੇ ਗ੍ਰੰਥਾਂ ਵਿੱਚ ਲਿਖਿਆ ਵੀ ਕ੍ਰਿਸ਼ਨ ਭਗਵਾਨ ਦਾ ਰੰਗ ਕਾਲਾ ਸੀ, ਇਹਦਾ ਵੀ ਰੰਗ ਕਾਲਾ। ਮਹਾਰਾਜ ਕਹਿੰਦੇ ਇਹ ਤਾਂ ਸਾਡਾ ਮੁਰਾਰੀ ਹੈ। ਇਉਂ ਸਤਿਗੁਰੂ ਨੇ ਬਚਨ ਕਹੇ ਸੀ। ਫਿਰ ਮਹਾਰਾਜ ਕਹਿਣ ਲੱਗੇ ਭਾਈ ਕੋਈ ਕਿਸੇ ਸਿੱਖ ਦੇ ਘਰੇ ਲੜਕੀ ਵਿਆਹਣ ਯੋਗ ਹੈ, ਮਮ ਆਇਸ ਤੇ ਇਸ ਕੋ ਦੇਵੈ। ਸਾਡੇ ਹੁਕਮ ਨਾਲ ਆਗਿਆ ਸਹਿਤ ਇਹਨੂੰ ਆਪਣੀ ਪੁੱਤਰੀ ਦੇਵੇ। ਲੋਕ ਪਰਲੋਕ ਆਨੰਦ ਸੋ ਲੇਵੈ। ਲੋਕ ਤੇ ਪਰਲੋਕ ਵਿੱਚ ਉਹ ਆਨੰਦ ਲਵੇਗਾ। ਸੀਹਾਂ ਉੱਪਲ ਸਿੱਖ ਕੁਲੀਨ। ਇਹ ਫਿਰ ਸੀਹਾਂ ਉੱਪਲ ਗੋਤ ਦਾ, ਇਹ ਭਾਈ ਉੱਚੀ ਕੁੱਲ ਵਾਲਾ ਸਿੱਖ। ਉੱਪਲ ਖੱਤਰੀਆਂ ਚ ਵੀ ਗੋਤ ਹੈ, ਜੱਟ ਜ਼ਿਮੀਂਦਾਰਾਂ ਚ ਵੀ ਹੁਣ ਉੱਪਲ ਗੋਤ ਹੈਗਾ, ਤੇ ਉਹ ਵੀ ਆਪਣੇ ਆਪ ਨੂੰ ਸੀਹੇ ਕੇ ਖਵਾਉਂਦੇ। ਮਹਾਰਾਜ ਨੇ ਇਹ ਕਿਰਪਾ ਕੀਤੀ ਸੀ। ਇਹ ਐਸਾ ਸੀਹਾ ਨਾਮ ਦਾ ਸਿੱਖ ਉੱਪਲ ਗੋਤ ਦਾ ਮਹਾਨ ਉੱਚੀ ਕੁੱਲ ਦਾ ਸਿੱਖ ਹੈ। ਤਿਨ ਕਰ ਜੋਰੇ ਬੇਨਤੀ ਕੀਨ। ਉਸ ਨੇ ਹੱਥ ਜੋੜੇ ਬੇਨਤੀ ਕੀਤੀ, ਬਰ ਲਾਇਕ ਕੰਨਿਆ ਘਰ ਮੇਰੇ। ਮਹਾਰਾਜ ਇੱਕ ਵਿਆਹਣ ਯੋਗ ਪੁੱਤਰੀ ਮੇਰੇ ਘਰ ਹੈ। ਹੇ ਪ੍ਰਭ ਫਿਰਹਿ ਇਸੀ ਸੰਗ ਫੇਰੇ। ਮਹਾਰਾਜ ਹੇ ਪਰਮੇਸ਼ਰ ਜੀ ਉਹਦੀਆਂ ਇਸ ਦੇ ਨਾਲ ਲਾਵਾਂ ਕਰ ਦਿਓ। ਏਮ ਕਹਿ ਨਿਜ ਇਸਤਰੀ ਢਿਗ ਆਇਓ। ਤੇ ਉਹ ਕਹਿ ਕੇ ਆਪਣੀ ਘਰ ਵਾਲੀ ਕੋਲ ਆਇਆ ਹੈ। ਕਰੂਰ ਕਲਹਿਨੀ ਨਿਠਰ ਸੁਭਾਇਓ। ਉਹ ਜਿਹੜੀ ਘਰ ਵਾਲੀ ਸੀ ਕਰੂਰ, ਬੜੇ ਕੌੜੇ ਸੁਭਾਅ ਦੀ। ਕੁਲਹਿਣੀ ਕਹਿੰਦਾ ਭਾਵ ਹੈ ਕੁਲਹਿਣੀ, ਭਾਵ ਲੜਾਈ ਝਗੜਾ ਸੁਭਾਅ ਹੁੰਦਾ ਜਿਵੇਂ ਕਰਨਾ, ਤੇ ਬਹੁਤ ਕਠੋਰ ਜੇ ਸੁਭਾਅ ਦੀ ਉਹ ਇਹਦੀ ਘਰ ਵਾਲੀ ਸੀ। ਦੇਹ ਕੋ ਸਾਥ ਨਗਾਥ ਜਨਾਈ। ਇਹਨੇ ਉਸ ਦੇ ਨਾਲ ਗੱਲ ਨਾ ਕੀਤੀ। ਜੇ ਇਹਨੂੰ ਦੱਸਤਾ ਇਹ ਤਾਂ ਲੜੂ, ਕੀ ਦੇਖ ਕੇ ਆਇਆ ਤੂੰ। ਉਹਦੇ ਸਾਥ ਇਹਨੇ ਕਹਾਣੀ ਨਹੀਂ ਦੱਸੀ। ਅਸ ਕਹਿ ਤਿਸ ਕੋ ਦੀਨ ਹਟਾਈ। ਇਸ ਤਰ੍ਹਾਂ ਕਹਿ ਕੇ ਭਾਈ ਇਸ ਨੂੰ ਹਟਾ ਦਿੱਤਾ, ਭਾਵ ਉਸਨੇ ਟਾਲ ਦਿੱਤੀ। ਭਾਗਵਾਨ ਗੁਰ ਬਾਕੂ ਚਾਰੇ। ਕਹਿਣ ਲੱਗਿਆ ਹੈ ਭਾਗਵਾਨ ਨੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕਹੇ ਐ, ਲੰਗਰ ਟਹਿਲ ਕਰੋ ਦਿਨ ਸਾਰੇ। ਕਿ ਅੱਜ ਤੁਸੀਂ ਭਾਈ ਲੰਗਰ ਦੇ ਵਿੱਚ ਸਾਰਾ ਦਿਨ ਸੇਵਾ ਕਰਨੀ ਹੈ। ਪਤ ਤੇ ਸੁਨ ਗਮਨੀ ਤਤ ਕਾਲਾ। ਤੇ ਉਹ ਪਤੀ ਤੋਂ ਸੁਣ ਕੇ ਤੁਰੰਤ ਲੰਗਰ ਵਿੱਚ ਚਲੀ ਗਈ ਭਾਈ ਸੀਹੇ ਉੱਪਲ ਦੀ ਘਰ ਵਾਲੀ। ਸੰਗ ਸੁਤਾਲੇ ਗੁਰ ਢਿਗ ਚਾਲਾ। ਤਾਂ ਇਹ ਫਿਰ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਇਧਰ ਗੁਰੂ ਸਾਹਿਬ ਕੋਲ ਚਲਿਆ ਗਿਆ। ਵੇਖਿਓ ਗੁਰੂ ਸਿੱਖ ਤਨ ਜਾ ਲਿਆਇਓ। ਮਹਾਰਾਜ ਗੁਰੂ ਅਮਰਦਾਸ ਜੀ ਨੇ ਵੇਖਿਆ ਕਿ ਸਾਡਾ ਸਿੱਖ ਭਾਈ ਸੀਹਾਂ ਉੱਪਲ ਪੁੱਤਰੀ ਨੂੰ ਲੈ ਕੇ ਆਇਆ ਹੈ। ਵਿਪਰ ਨਿਕਟ ਤਹਿ ਸੰਗ ਅਲਾਇਓ। ਤੇ ਉਸ ਸਮੇਂ ਮਹਾਰਾਜ ਨੇ ਜਿਹੜਾ ਕੋਈ ਮਰਜ਼ਾਦਾ ਤੋਂ ਗੁਰੂ ਘਰ ਦੇ ਵਿੱਚ ਬਹੁਤ ਐਸੇ ਬ੍ਰਾਹਮਣ
ਮਹਾਰਾਜ ਦੇ ਚਰਨਾਂ 'ਚ ਆ ਜਾਂਦੇ, ਸੇਵਾ ਕਰਦੇ ਸਿੱਖ ਬਣੇ ਹੋਏ। ਉਹ ਫਿਰ ਜਿਹੜੀਆਂ, ਕਿਉਂਕਿ ਪਹਿਲਾਂ ਤੋਂ ਮਰਜ਼ਾਦਾ ਨਿਭਾਉਣੀਆਂ ਜਾਣਦੇ ਹੁੰਦੇ ਸੀ, ਫੇਰੇ ਵਗੈਰਾ ਕਰਵਾਉਂਦੇ। ਹੁਣ ਗੁਰੂ ਘਰ ਦੇ ਵਿੱਚ ਗੁਰਬਾਣੀ ਦੀਆਂ ਪਰਿਕਰਮਾ ਹੋ ਗਈਆਂ। ਫਰਕ ਥੋੜਾ ਸੀ, ਇੱਧਰ ਬਾਣੀ ਦੀ ਤੇ ਉਧਰ ਪਹਿਲਾਂ ਅਗਨੀ ਦੇ ਕਰਾਉਂਦੇ ਸੀ। ਇਸ ਕਰਕੇ ਉਹ ਗੁਰੂ ਸਾਹਿਬ ਨੇ ਉਸ ਨੂੰ ਬਚਨ ਕਰਤਾ। ਹੁਣ ਐਸੇ ਬ੍ਰਾਹਮਣ ਪਰਿਵਾਰ ਵਿੱਚੋਂ ਕੋਈ ਬ੍ਰਾਹਮਣ ਗੁਰੂ ਕੇ ਸਿੱਖ ਬਣੇ ਹੋਏ, ਭਾਈ ਤੂੰ ਆਹ ਸੇਵਾ ਨਿਭਾ ਇਸ ਦੀ, ਇੱਥੇ ਗੁਰਬਾਣੀ ਦੇ ਪਰਿਕਰਮਿਆਂ ਹੋਣੀ ਹੈ। ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਤਾਂ ਉਸ ਨੂੰ ਕੋਲ ਬੈਠੇ ਨੂੰ ਕਿਹਾ, ਹੇ ਦਿਜ ਵਿਆਹ ਕਰੋ ਬਿਨ ਦੇਰਾ। ਐ ਭਾਈ, ਐ ਬ੍ਰਾਹਮਣ ਸਾਡਾ ਸਿੱਖ, ਬਿਨਾਂ ਦੇਰੀ ਤੋਂ ਇਹਨਾਂ ਦਾ ਵਿਵਾਹ ਕਰ ਦੇ। ਮੁਰ ਹਜੂਰ ਸਿੱਖ ਸਿੱਖਣੀ ਕੇਰਾ। ਸਾਡੀ ਹਜੂਰੀ ਵਿੱਚ, ਕਿਉਂਕਿ ਇਹ ਨਹੀਂ ਨਾ ਕਿਹਾ ਕਿ ਅੱਗ ਦੀ ਹਜੂਰੀ ਚ ਲੈ ਜਾ, ਇਹ ਕਿਹਾ ਸਾਡੀ ਹਜੂਰੀ ਚ ਕਰਨਾ ਆ ਸਿੱਖ ਤੇ ਸਿੱਖਣੀ ਦਾ ਵਿਆਹ। ਕਹਿ ਦੇ ਜਿਹੇ ਸਤਿਗੁਰੂ ਸੁਣੀਜੈ। ਤਾਂ ਉਹ ਕਹਿਣ ਲੱਗਿਆ ਵੀ ਹੇ ਸਤਿਗੁਰੂ ਜੀ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ। ਕਤਕ ਵਦੀ ਸੋ ਦੂਜ ਲਖੀਜੈ। ਇਹ ਕਤਕ ਵਦੀ ਦੂਜ ਜਾਣ ਲੋ। ਇਨ ਦਿਨ ਮਹਿ ਹਮ ਕਰੈ ਨ ਵਿਆਹ। ਵੀ ਅਸੀਂ ਤਾਂ ਬ੍ਰਾਹਮਣ ਫੇਰੇ ਕਰਾਉਂਦੇ ਹੁੰਦੇ ਸੀ, ਇਹ ਦਿਨ ਦੇ ਵਿੱਚ ਕਤਕ ਵਦੀ, ਇਹ ਵਦੀ ਦੇ ਇਸ ਸਮੇਂ ਅਸੀਂ ਵਿਆਹ ਨਹੀਂ ਕਰਦੇ। ਆਗਮ ਦੇਤ ਨਹੀਂ ਕਿਮ ਰਾਹ। ਕਿਉਂਕਿ ਅਸੀਂ ਵੇਦਾਂ ਨੂੰ ਮੰਨਦੇ ਹਾਂ, ਇਸ ਕਰਕੇ ਮਹਾਰਾਜ ਤੁਹਾਡੇ ਚਰਨਾਂ 'ਚ ਵੀ ਆ ਗਏ, ਪਰ ਸਾਨੂੰ ਵੇਦ ਮਰਜ਼ਾਦਾ ਦਾ ਪਤਾ ਹੈ। ਆਗਮ ਦੇਤ, ਵੇਦ ਸ਼ਾਸਤਰ ਇਸ ਗੱਲ ਦਾ ਰਾਹ ਨਹੀਂ ਦਿੰਦੇ, ਆਗਿਆ ਨਹੀਂ ਦਿੰਦੇ ਹਨ। ਪੁਨ ਤੁਮ ਕਹੋ ਅਭੀ ਕਰ ਦੇਵ। ਹਾਂ, ਫਿਰ ਤੁਸੀਂ ਕਹਿੰਦੇ ਹੋ ਤਾਂ ਹੁਣੇ ਕਰ ਦਿੰਦੇ ਹਾਂ। ਬਿਨ ਕਾਂਡੀ ਕਸ ਪਾਵੈ ਭੇਵ। ਬਿਨਾ ਕਹਿੰਦੇ ਕਾਂਡੀ ਤੋਂ, ਦੱਸੋ ਵੀ ਪੱਤਰੀ, ਫਿਰ ਪੱਤਰੀ ਤੋਂ ਬਿਨਾ ਕਿਸ ਤਰ੍ਹਾਂ ਕਹਿੰਦੇ ਜਿਹੜਾ ਭੇਦ ਹੈ ਉਹ ਪਾਇਆ ਜਾਵੇ। ਰੋੜਾ ਚੱਕਰ ਬਹੁਰ ਵਿਚਾਰੈ। ਜਿਹੜਾ ਰੋੜਾ ਚੱਕਰ ਵੀ ਜਿਹੜਾ ਇਸ ਤਰ੍ਹਾਂ ਦਾ ਕੋਈ ਗ੍ਰੰਥ ਹੈ, ਫਿਰ ਮਹਾਰਾਜ ਉਸ ਨੂੰ ਵਿਚਾਰਨਾ ਪੈਂਦਾ ਹੈ। ਗ੍ਰਹਿ ਨਛੱਤਰ ਭਲ ਭਾਂਤ ਸੁਧਾਰੈ। ਫਿਰ ਮਹਾਰਾਜ ਜੀ ਗ੍ਰਹਿ ਨਛੱਤਰ ਭਲੀ ਭਾਂਤ ਸੁਧਾਰੇ ਜਾਂਦੇ ਹਨ। ਪੁਨਹ ਲਗਨ ਕਾ ਕਰਹਿ ਵਿਚਾਰ। ਫਿਰ ਮਹਾਰਾਜ ਲਗਨ ਦਾ ਵਿਚਾਰ ਕਰਨਾ ਪੈਂਦਾ ਹੈ। ਵਿਆਹ ਹੋਵੇ ਤਬ ਹੇ ਸੁਖ ਸਾਰ। ਹੇ ਸੁੱਖਾਂ ਦੇ ਸਾਰ ਸਤਿਗੁਰੂ ਜੀ, ਇਹ ਅਸੀਂ ਤਾਂ ਇਉਂ ਕਰਾਉਂਦੇ ਰਹੇ ਹਾਂ, ਫੇਰ ਵਿਆਹ ਹੁੰਦਾ ਹੈ। ਅਬ ਹਮ ਕਰੈ ਨਹੀਂ ਵਿਦ ਕੈਸੇ। ਇਸ ਕਰਕੇ ਹੁਣ ਅਸੀਂ ਕਿਸੇ ਵੀ ਤਰੀਕੇ ਨਾਲ, ਬ੍ਰਾਹਮਣ ਕਹਿੰਦਾ ਮੈਂ ਵਿਆਹ ਨਹੀਂ ਕਰ ਸਕਦਾ। ਬੇਮਿਰਜਾਦ ਹੋਤ ਹੈ ਐਸੇ। ਇਸ ਤਰ੍ਹਾਂ ਤਾਂ ਮਹਾਰਾਜ ਇਹ ਕੰਮ ਬੇਮਰਜ਼ਾਦਾ ਜਿਹਾ ਹੋ ਜਾਊਗਾ। ਸੁਨ ਸ੍ਰੀ ਸਤਿਗੁਰ ਜੀ ਮੁਸਕਾਨੇ। ਸ੍ਰੀ ਗੁਰੂ ਅਮਰਦਾਸ ਸੁਣ ਕੇ ਮੁਸਕਰਾਏ ਹਨ। ਕਹਿਣ ਲੱਗੇ ਹੇ ਦਿਜ ਅਨਜਾਨੇ। ਮਹਾਰਾਜ ਕਹਿੰਦੇ ਐ ਬ੍ਰਾਹਮਣ, ਤੂੰ ਅਣਜਾਣ ਹੈ। ਹਮਰੋ ਬਚਨ ਭੰਗ ਤੁਮ ਕੀਨਾ। ਤੇ ਤੂੰ ਸਾਡੇ ਬਚਨ ਨੂੰ ਭੰਗ ਕੀਤਾ ਹੈ, ਭਾਵ ਸਾਡਾ ਬਚਨ ਮੋੜਿਆ ਹੈ। ਪਛਤਾਵੋ ਹੋਵੋਗੇ ਦੀਨਾ। ਜਾ ਹੁਣ ਤੋਂ ਬਾਅਦ ਮਹਾਰਾਜ ਕਹਿੰਦੇ ਗੁਰੂ ਘਰ ਦੇ ਵਿੱਚ ਕੋਈ ਇਸ ਗੱਲ ਨਹੀਂ ਸਿੱਖ ਕਰਿਆ ਕਰਨਗੇ ਸਾਡੇ ਵਿਵਾਹ ਕਾਰਜ। ਇਹ ਬ੍ਰਾਹਮਣ ਤੇਰੀ ਲੋੜ ਨਹੀਂ, ਤੇਤੋਂ ਨਹੀਂ ਕੋਈ ਸਿੱਖ ਨੇ ਪੁੱਛਣਾ। ਮਹਾਰਾਜ ਕਹਿੰਦੇ ਫਿਰ ਪਛਤਾਵੋ ਹੋਵੋਗੇ ਦੀਨਾ। ਪਛਤਾਓਗੇ ਤੇ ਦੀਨ ਨਿਮਾਣੇ ਹੋ ਜਾਓਗੇ। ਪੁਨ ਸ੍ਰੀ ਰਾਮਦਾਸ ਬੁਲਵਾਇਓ। ਫਿਰ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸੱਦਿਆ। ਸ੍ਰੀ ਮੁਖ ਤੇ ਆਸ ਬਚਨ ਫਰਮਾਇਓ। ਆਪਣੇ ਸੁਹਾਏਮਾਨ ਮੁਖ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਐਸੇ ਬਚਨ ਕਹੇ।
हे पुरखा सिख सिखनी केरा। महाराज कहन लगे गुरु रामदास जी नूं, हे पुरखा आ बच्चे बच्ची सिख सिखणी दा ब्याह करो अब ही बिन देरा। हुण बिना देरी तो इन्हां दा ब्याह कर दिओ। निज मुख लावा चार बनावो। अपने मुख तो चार लावां बना। पीछे नानक नाम तरावो। साडी आग्या है कि वो शब्द उचारण करके उहदे पिछे ਉਹ ਨਾਨਕ ਨਾਮ, ਹਰੇਕ ਨਾਮ ਦੇ ਅਖੀਰਲੀ ਤੁਕ ਵਿੱਚ ਨਾਨਕ ਨਾਮ ਧਰਨਾ। ਭਾਵ ਨਾਨਕ ਨਾਮ ਤੇ ਉਚਾਰਨ ਕਰ। ਸੁਣ ਸ੍ਰੀ ਰਾਮਦਾਸ ਤਤਕਾਰ। ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੁਰੰਤ ਹੀ ਲਾਵਾਂ ਰਚੀ ਸੋ ਭਲੀ ਪ੍ਰਕਾਰ। ਭਲੀ ਪ੍ਰਕਾਰ ਫਿਰ ਲਾਵਾਂ ਦਾ ਸ਼ਬਦ ਰਚਿਆ। ਜਿਸ ਮਹਿ ਆਸ਼ੇ ਜੁਗ ਗੁਰ ਰਾਖੇ। ਜਿਹਦੇ ਵਿੱਚ ਭਾਈ ਜਿਹੜਾ ਆਸ਼ਾ ਹੈ ਜੁਗ ਗੁਰ। ਪਹਿਲਾਂ ਦੋਵੇਂ ਜੁਗ ਗੁਰ ਦੋਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਰੱਖਿਆ। ਪ੍ਰਥਮ ਮੇਲ ਦੰਪਤੀ ਸੁਭਾਖੇ। ਤੇ ਫਿਰ ਅੱਗੇ ਜਿਹੜਾ ਹੈ ਦੰਪਤੀ ਦਾ ਮੇਲ ਹੋਣਾ, ਉਹ ਬ੍ਰਹਮ ਦੇ ਨਾਲ ਮੇਲ, ਜੀਵ ਰੂਪ ਇਸਤਰੀ ਦਾ ਤੇ ਪ੍ਰਤੱਖ ਵੀ। ਇਹ ਭਾਈ ਕਿਹਾ ਪੁਨ ਜੀਵਾਤਮ ਬ੍ਰਹਮ ਮਿਲਾਪ। ਫਿਰ ਦੇਖੋ ਪਹਿਲੀਆਂ ਜਿਸਮੈ ਆਸੇ ਜੁਗ ਗੁਰ ਰਾਖੇ। ਪਹਿਲਾਂ ਤਾਂ ਦੋਹਾਂ ਦੇ ਵਿੱਚ ਜੋ ਗੁਰੂ ਸਾਹਿਬ ਦਾ ਆਸਾ, ਉਹ ਤੀਜੇ ਵਿੱਚ ਮੇਲ ਦੰਪਤੀ, ਚੌਥੇ ਵਿੱਚ ਜੀਵਾਤਮ ਬ੍ਰਹਮ ਮਿਲਾਪ। ਪੁਨ ਜੀਵਾਤਮ ਬ੍ਰਹਮ ਮਿਲਾਪ। ਫਿਰ ਜੀਵਾਤਮਾ ਦਾ ਬ੍ਰਹਮ ਦੇ ਨਾਲ ਮਿਲਾਪ। ਬ੍ਰਹਮਪਤੀ ਜੀਵਾਤਮਾ ਪਤਨੀ ਰੂਪ ਅੰਸ਼ ਉਹੀ ਹੈ। ਤੇ ਇਹਦਾ ਜੀਵਾਤਮਾ ਦਾ ਪਰਮਾਤਮਾ ਵਿੱਚ ਮੇਲ ਹੋਣਾ। ਇਹ ਕਥਨ ਕੀਤਾ। ਸੂਹੀ ਰਾਗ ਛੰਦਨ ਮਹਿ ਥਾਪ। ਸੂਹੀ ਰਾਗ ਦੇ ਛੰਦਾਂ ਵਿੱਚ ਇਹ ਭਾਈ ਸਥਾਪਿਤ ਸ਼ਬਦ ਕੀਤਾ। ਲੈ ਆਗਿਆ ਗੁਰ ਕਰ ਅਰਦਾਸ। ਆਗਿਆ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੋਂ ਫਿਰ ਅਰਦਾਸ ਕਰਕੇ ਸ੍ਰੀ ਪੋਥੀ ਜਪ ਜੀ ਪ੍ਰਕਾਸ਼। ਜਪ ਜੀ ਸਾਹਿਬ ਦੀ ਪੋਥੀ ਪ੍ਰਕਾਸ਼ ਕਰ ਲਈ। ਵਿਆਹ ਕੀਨ ਸਿੱਖ ਸਿੱਖਣੀ ਕੇਰਾ। ਉਹ ਸਿੱਖ ਸਿੱਖਣੀ ਦਾ ਭਾਈ ਪ੍ਰੇਮੇ ਦਾ ਤੇ ਸਿੰਘੇ ਉੱਪਲ ਦੀ ਪੁੱਤਰੀ ਦਾ ਵਿਵਾਹ ਕਰ ਦਿੱਤਾ। ਪਾਠ ਆਨੰਦ ਭਾ ਆਨੰਦ ਕਨੇਰਾ। ਫਿਰ ਆਨੰਦ ਸਾਹਿਬ ਪਾਠ ਕੀਤਾ ਤੇ ਬੇਅੰਤ ਆਨੰਦ ਹੀ ਆਨੰਦ ਹੋਇਆ। ਪਿਖ ਸਭ ਸਿੱਖਨ ਭਇਓ ਹੁਲਾਸਾ। ਇਹ ਵੇਖ ਕੇ ਸਾਰੇ ਸਿੱਖਾਂ ਦੇ ਵਿੱਚ ਖੁਸ਼ੀ ਹੋਈ। ਸ੍ਰੀ ਸਤਿਗੁਰ ਮੁਖ ਬਚਨ ਪ੍ਰਕਾਸ਼ਾ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਮੁਖ ਤੋਂ ਫਿਰ ਬਚਨ ਕਿਹਾ। ਵਿਆਹ ਆਨੰਦ ਨਾਮ ਇਸ ਕੇਰਾ। ਅੱਜ ਤੋਂ ਭਾਈ ਵਿਆਹ ਜਿਹੜਾ ਹੈ ਨਾ, ਇਹਦਾ ਨਾਂ ਅਸੀਂ ਆਨੰਦ ਰੱਖ ਦਿੱਤਾ। ਇਹ ਆਨੰਦ ਦਾ ਕਾਰਜ, ਆਨੰਦ ਕਾਰਜ। ਇਹ ਵਿਆਹ ਆਨੰਦ ਇਹਦਾ ਨਾਮ ਰੱਖ ਦਿੱਤਾ। ਹੋਏ ਪ੍ਰਚਲਿਤ ਸਭ ਜਗਤ ਕਨੇਰਾ। ਇਹ ਸਾਰੇ ਜਗਤ ਵਿੱਚ ਬਹੁਤ ਪ੍ਰਚਲਿਤ ਮਸ਼ਹੂਰ ਹੋਵੇਗਾ। ਗੁਰ ਨਾਨਕ ਕਾ ਪੰਥ ਜੋ ਹੋਵੇ। ਜਿਹੜਾ ਗੁਰੂ ਨਾਨਕ ਦੇ ਮਹਾਰਾਜ ਦੇ ਪੰਥ ਦਾ ਹੈ, ਸਿੱਖ ਬਣ ਗਿਆ। ਕਰਹਿ ਆਨੰਦ ਵਿਆਹ ਸੁਖ ਜੋਵੈ। ਉਹ ਭਾਈ ਆਨੰਦ ਵਿਆਹ ਕਰੇ ਤੇ ਸੁੱਖਾਂ ਦੀ ਪ੍ਰਾਪਤੀ ਉਹਨੂੰ ਹੋਵੇਗੀ। ਸਭ ਸਿੱਖਨ ਤਬ ਲੀਨ ਸਮਾਨ। ਸਾਰੇ ਸਿੱਖਾਂ ਨੇ ਸਤਿਗੁਰੂ ਦੇ ਬਚਨ ਨੂੰ ਮੰਨਿਆ। ਆਨੰਦ ਵਿਆਹ ਤਿਸ ਦਿਨ ਤੇ ਜਾਨ। ਉਸ ਦਿਨ ਤੋਂ ਫਿਰ ਆਨੰਦ ਵਿਆਹ ਜਿਹਦੀ ਮਰਿਆਦਾ ਚੱਲ ਪਈ। ਪੁਨ ਦੰਪਤੀ ਬੁਲਾਵਨ ਕੀਨਸ।
ਫਿਰ ਮਹਾਰਾਜ ਨੇ ਦੋਵੇਂ ਇਹਨਾਂ ਬੱਚੇ ਬੱਚੀ ਭਾਈ ਪ੍ਰੇਮੇ ਤੇ ਸੀਹੇ ਉੱਪਲ ਦੀ ਪੁੱਤਰੀ ਦੰਪਤੀ ਦੋਵੇਂ ਇਹਨਾਂ ਨੂੰ ਕੋਲ ਸੱਦਿਆ ਹੈ। ਮੰਤਰ ਸੋ ਸਤ ਨਾਮ ਕੋ ਦੀਨਸ, ਤੇ ਸੱਚੇ ਨਾਮ ਸਤਨਾਮ ਦਾ ਮੰਤਰ ਆਪਣੇ ਵੱਲੋਂ ਬਖਸ਼ਿਸ਼ ਕਰ ਦਿੱਤਾ। ਰਾਜ ਕਾਨ ਤੇ ਗਿਰ ਸਮ ਸਰ ਕਰਿਓ, ਰਾਜ ਕਹੀਏ ਧੂੜ, ਏਡੀ ਕਿਰਪਾ ਕਰਤੀ ਕਿ ਧੂੜ ਦੇ ਕਣ ਤੋਂ ਗਿਰ ਸਮ ਸਰ ਕਰਿਓ। ਇਹਨਾਂ ਨੂੰ ਭਾਈ ਧੂੜ ਦੇ ਕਣ ਤੋਂ ਗਿਰ ਕੇ ਪਹਾੜ ਵਾਂਗੂ ਸ੍ਰੇਸ਼ਟ ਬਣਾ ਦਿੱਤਾ। ਨਾਮ ਮੁਰਾਰੀ ਤਿਸ ਕੋ ਧਰਿਓ, ਤੇ ਉਸ ਲੜਕੀ ਦਾ ਨਾਂ ਸੀ ਮਥੋ। ਤਾਂ ਗੁਰੂ ਸਾਹਿਬ ਨੇ ਬਹੁਤ ਨਾਮ ਇਹ ਬਖਸ਼ਿਸ਼ ਕਰਤਾ, ਮਥੋ ਮੁਰਾਰੀ। ਇਹ ਮਥੋ ਤੇ ਇਹ ਮੁਰਾਰੀ ਹੈ। ਨਾਮ ਮੁਰਾਰੀ ਤਿਸ ਕੋ ਧਰਿਓ, ਪ੍ਰੇਮੇ ਦਾ ਨਾਮ ਮੁਰਾਰੀ ਰੱਖ ਦਿੱਤਾ। ਭੁਗਤ ਮੁਕਤ ਤੂਰਨ ਤਿਸ ਦੀਨ, ਦੋਵੇਂ ਹੀ ਭੁਗਤ ਭੋਗ ਪਦਾਰਥ ਦੁਨੀਆ ਦੇ ਸੁੱਖ, ਮੁਕਤ ਮੁਕਤੀ ਪਰਲੋਕ ਦਾ ਸੁੱਖ ਤੁਰੰਤ ਇਸ ਨੂੰ ਬਖਸ਼ਿਸ਼ ਕਰ ਦਿੱਤਾ। ਆਸ ਗੁਰ ਭਜ ਹੈ ਨਾ ਸੇ ਮਤਹੀਨ, ਆਸ ਗੁਰ ਭਜ ਹੈ, ਭਾਈ ਜਿਹੜੇ ਐਸੇ ਗੁਰੂ ਨੂੰ ਨਹੀਂ ਭਜਦੇ ਚੇਤੇ ਕਰਦੇ ਜਿਹੜਾ ਤੁਰੰਤ ਏਡੀਆਂ ਬਖਸ਼ਿਸ਼ਾਂ ਕਰਦਾ ਹੈ, ਉਹ ਤਾਂ ਫਿਰ ਜਾਣੋ ਮਤ ਤੋਂ ਹੀਣੇ ਹੀ ਹਨ। ਸੀਹੇ ਤ੍ਰੀਏ ਲੰਗਰ ਮਹਿ ਸੁਨਿਓ, ਸੀਹੇ ਉੱਪਲ ਦੀ ਘਰ ਵਾਲੀ ਨੇ ਲੰਗਰ ਵਿੱਚ ਉਹਨੂੰ ਪਤਾ ਲੱਗਿਆ, ਕਿਸੇ ਬੀਬੀ ਨੇ ਦੱਸਤਾ ਉਧਰ ਤੇ ਤੇਰੀ ਲੜਕੀ ਦੇ ਆਨੰਦ ਕਾਰਜ ਕਰਤੇ। ਉਹਨੇ ਲੰਗਰ ਵਿੱਚ ਇਹ ਗੱਲ ਸੁਣੀ, ਮਹਾ ਦੁਖਦ ਚਿੱਤ ਮਹਿ ਸਿਰ ਧੁਨਿਓ, ਬਹੁਤ ਜ਼ਿਆਦਾ ਦੁਖੀ ਹੋਈ ਤੇ ਚਿੰਤਾ ਦੇ ਵਿੱਚ ਇਹ ਸਿਰਜਾ ਮਾਰਦੀ ਹੈ। ਆਈ ਰੁਦਤ ਸਤਿਗੁਰੂ ਤੀਰ, ਰੋਂਦੀ ਹੋਈ ਲੰਗਰ ਵਿੱਚੋਂ ਗੁਰੂ ਸਾਹਿਬ ਦੇ ਕੋਲ ਆਈ। ਇਹ ਕਿਆ ਕੀਨ ਸਹੇ ਪ੍ਰਭ ਧੀਰ, ਐ ਧੀਰ ਜਵਾਨ ਪਰਮੇਸ਼ਰ ਸਤਿਗੁਰੂ ਆ ਕੀ ਕੀਤਾ ਤੁਸੀਂ। ਕੁਸ਼ਟੀ ਮਾਤ ਪਿਤਾ ਕੁਲਹੀਨ, ਇਹ ਕੋੜੀ ਮਾਤਾ ਪਿਤਾ ਤੇ ਕੁੱਲ, ਇਹਦਾ ਕੋਈ ਮਾਂ ਬਾਪ ਨਹੀਂ ਪਤਾ, ਇਹਦਾ ਕੁੱਲ ਦਾ ਨਹੀਂ ਪਤਾ, ਮਾਤਾ ਪਿਤਾ ਕੁੱਲ ਤੋਂ ਹੀਣਾ। ਸੁਤਾ ਨਿਥਾਵੇ ਕੋ ਮੁਰ ਦੀਨ, ਕੋਈ ਇਹਦਾ ਥਾਂ ਟਿਕਾਣਾ ਨਹੀਂ। ਮਹਾਰਾਜ ਇਹੋ ਜਿਹੇ ਨਥਾਵੇਂ ਨੂੰ ਮੇਰੀ ਪੁੱਤਰੀ ਦੇ ਦਿੱਤੀ। ਤਬ ਸ੍ਰੀ ਅਮਰਦਾਸ ਸੁਨ ਸ੍ਰੀ ਅਮਰਦਾਸ ਤਬ ਹੱਸੇ, ਗੁਰੂ ਅਮਰਦਾਸ ਮਹਾਰਾਜ ਸੁਣ ਕੇ ਫਿਰ ਹੱਸੇ ਹਨ। ਕਹਿਓ ਤਾਹੇ ਕਰਨਾ ਰੰਗ ਰਸੇ, ਕਰੁਣਾ ਕਿਰਪਾ ਪ੍ਰੇਮ ਰੰਗ ਦੇ ਵਿੱਚ ਰਸੇ ਹੋਏ ਮਹਾਰਾਜ ਨੇ ਬਚਨ ਕੀਤਾ। ਜਾਨੋ ਮਮ ਸੁਤ ਇਹੋ ਜੋ ਮੁਰਾਰੀ, ਤੂੰ ਕਹਿੰਦੇ ਇਹਦੇ ਮਾਂ ਬਾਪ ਦਾ ਨਹੀਂ ਪਤਾ, ਮਹਾਰਾਜ ਕਹਿੰਦੇ ਜਾਣ ਲੈ ਅੱਜ ਤੋਂ ਇਹ ਮੇਰਾ ਪੁੱਤਰ ਹੈ, ਮੈਂ ਇਹਦਾ ਪਿਤਾ ਹਾਂ। ਇਹ ਤੂੰ ਜਾਣ ਲੈ ਕਿ ਮਮ ਸੁਤ ਇਹੋ ਜੋ, ਇਹ ਮੁਰਾਰੀ ਮੇਰਾ ਪੁੱਤਰ ਹੈ। ਵਿਆਹਿਓ ਤਨ ਜਾ ਸੰਗ ਤੁਮਾਰੀ, ਮਹਾਰਾਜ ਕਹਿੰਦੇ ਮੈਂ ਤੇਰੀ ਪੁੱਤਰੀ ਨਾਲ ਆਪਣੇ ਪੁੱਤਰ ਨੂੰ ਵਿਆਹਿਆ ਹੈ। ਤਬ ਤਨ ਜਾ ਕੋ ਨਾਮ ਮਥੋ ਹੈ, ਤੇ ਤੇਰੀ ਪੁੱਤਰੀ ਦਾ ਨਾਮ ਮਥੋ ਹੈ। ਨਾਮ ਮੁਰਾਰੀ ਆਹੇ ਕਥੋ ਹੈ, ਤੇ ਇਹਦਾ ਨਾਮ ਮੁਰਾਰੀ ਕਥਨ ਕੀਤਾ ਹੈ। ਮਥੋ ਮੁਰਾਰੀ ਸਿਮਰੈ ਨਾਮ, ਮਹਾਰਾਜ ਕਹਿੰਦੇ ਇਦਾਂ ਤੇ ਕਿਰਪਾ ਕੀਤੀ, ਇਹਨਾਂ ਨੂੰ ਮੰਜੀ ਬਖਸ਼ੀ। ਉਹਨਾਂ ਸਮਿਆਂ ਵਿੱਚ ਮੰਜੀ ਇੱਕ ਗੱਡਾ, ਫਿਰ ਗੁਰਮੁਖੋ ਇੱਕ ਝੰਡਾ, ਇਉਂ ਬਖਸ਼ਿਸ਼ ਕੀਤਾ ਜਾਂਦਾ ਹੁੰਦਾ ਸੀ। ਤੇ ਮਹਾਰਾਜ ਕਹਿੰਦੇ ਮਥੋ ਮੁਰਾਰੀ, ਜਾਂ ਮਹਾਰਾਜ ਨੇ ਕਿੱਡਾ ਬਚਨ ਕਰਤਾ ਵੀ ਜੇ ਕੋਈ ਮਥੋ ਮੁਰਾਰੀ ਵੀ ਜਪਣ ਲੱਗ ਜੂ ਨਾ ਨਾਮ ਸਿਮਰੂਗਾ, ਪੂਰਨ ਹੋਏ ਨਰਨ ਕੇ ਕਾਮ, ਉਹਨਾਂ ਪ੍ਰਾਣੀਆਂ ਦੇ ਕਾਰਜ ਪੂਰੇ ਹੋ ਜਾਣਗੇ। ਇਹੋ ਦੋਨੋਂ ਹੋਏ ਵੱਡ ਭਾਗੇ, ਇਹ ਦੋਵੇਂ ਵੱਡੇ ਭਾਗਾਂ ਵਾਲੇ ਹੋ ਗਏ। ਤੁਮ ਭੀ ਚਿੰਤਾ ਦੇ ਹੋਤੇ ਆਗੇ, ਮਹਾਰਾਜ ਕਹਿੰਦੇ ਤੂੰ ਵੀ ਚਿੰਤਾ ਤਿਆਗ ਦੇ। ਤੁਸਨ ਹੋਏ ਪੁਨਹ ਘਰ ਗਈ, ਫਿਰ ਸੀਹੇ ਉੱਪਲ ਦੀ ਪਤਨੀ
ਚੁੱਪ ਕਰਕੇ ਆਪਣੇ ਘਰ ਨੂੰ ਚਲੀ ਗਈ। ਦੰਪਤ ਕੋ ਗੋਰੇ ਆਗਿਆ ਦਈ। ਇਹਨਾਂ ਦੋਵੇਂ ਦੰਪਤੀ ਨੂੰ, ਲੜਕੇ ਲੜਕੀ ਨੂੰ ਗੁਰੂ ਸਾਹਿਬ ਜੀ ਨੇ ਆਗਿਆ ਹੁਕਮ ਕਰ ਦਿੱਤਾ। ਮਥੋ ਮੁਰਾਰੀ ਅਬ ਤੁਮ ਜਾਵੋ। ਮਹਾਰਾਜ ਕਹਿੰਦੇ, ਹੇ ਮਥੋ ਮੁਰਾਰੀ, ਹੁਣ ਭਾਈ ਤੁਸੀਂ ਜਾਵੋ। ਸਤਿਨਾਮ ਉਪਦੇਸ਼ ਦ੍ਰਿੜਾਵੋ। ਤੇ ਸਤਿਨਾਮ ਦਾ ਉਪਦੇਸ਼ ਸੰਗਤਾਂ ਦੇ ਵਿੱਚ ਦ੍ਰਿੜ ਕਰਵਾਓ, ਸਿੱਖੀ ਦਾ ਪ੍ਰਚਾਰ ਕਰੋ। ਗੁਰ ਸਿੱਖੀ ਜਗ ਅਧਿਕ ਵਧਾਵੋ। ਤੇ ਗੁਰ ਸਿੱਖੀ ਹੈ ਜਗਤ ਦੇ ਵਿੱਚ ਬਹੁਤ ਵਧਾਵੋ। ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ। ਆਪਣੇ ਘਰ ਵਿੱਚ ਵਸੋ ਤੇ ਹਮੇਸ਼ਾ ਲਈ ਸੁਖ ਪਾਵੋ। ਭੁਗਤ ਮੁਕਤ ਨਭ ਤਨ ਤਿਸ ਦੈ ਕੈ। ਭੁਗਤੀ ਮੁਕਤੀ ਨਵ ਤਨ, 9 ਨਿਧੀਆਂ 18 ਸਿੱਧੀਆਂ ਤੇ ਨਵੀਨ, ਇਹਨਾਂ ਨੂੰ ਨਾਮ ਤਨ ਸਭ ਕੁਝ ਬਖਸ਼ਿਸ਼ ਕਰਕੇ ਵਿਦਾ ਕਰਿਓ ਗਮਨਿਓ ਸੁਖ ਪੈ ਕੈ। ਵਿਦਾ ਕਰ ਦਿੱਤਾ ਤੇ ਭਾਈ ਸੁਖ ਪਾ ਕਰਕੇ ਇੱਥੋਂ ਚੱਲੇ ਹਨ। ਗ੍ਰਹਿ ਨਿਜ ਬਸ ਗੁਰ ਸਿੱਖੀ ਬਨਾਈ। ਫਿਰ ਆਪਣੇ ਘਰ ਵਿੱਚ ਬਸ ਗਏ। ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਇਹਨਾਂ ਨੂੰ ਵੀ ਬਹੁਤ ਦੁਨੀਆ ਸਤਿਕਾਰ ਦੇਣ ਲੱਗੀ। ਜਿਹੜਾ ਮੰਜੀ ਬੈਠਦਾ ਸੀ ਉਹਨੂੰ ਫਿਰ ਗੁਰਮੁਖੋ ਅਧਿਕਾਰ ਮਿਲ ਜਾਂਦਾ ਸੀ, ਉਹਨੂੰ ਵੀ ਸੰਗਤ ਨਮਸਕਾਰ ਕਰਦੀ ਹੁੰਦੀ ਸੀ। ਤੇ ਫਿਰ ਉਹ ਕਹਿੰਦੇ ਵੀ ਅਸੀਂ ਮਥੋ ਮੁਰਾਰੀ ਕੇ ਸਿੱਖ ਹਾਂ, ਉਸ ਰਾਹੀਂ ਜੁੜੇ ਹੋਏ ਸਿੱਖ ਹਾਂ ਜਿਹੜੇ ਗੁਰੂ ਘਰ ਨਾਲ ਜੁੜ ਗਏ। ਇਸ ਤਰ੍ਹਾਂ ਇਹਨਾਂ ਨੇ ਸਿੱਖੀ ਬਣਾਈ ਹੈ। ਅਬ ਲਗ ਬਿਦਤ ਅਹੈ ਜਗ ਮਾਈ। ਹੁਣ ਤੱਕ ਭਾਈ ਇਸ ਤਰ੍ਹਾਂ ਜਗਤ ਦੇ ਵਿੱਚ ਗੱਲ ਪ੍ਰਗਟ ਹੈ, ਮਸ਼ਹੂਰ ਹੈ। ਇਮ ਗੁਰ ਸਿੱਖ ਅਨੇਕ ਉਧਾਰੇ। ਇਸ ਤਰ੍ਹਾਂ ਅਨੇਕਾਂ ਗੁਰ ਸਿੱਖਾਂ ਦਾ ਸਤਿਗੁਰਾਂ ਉਧਾਰ ਕੀਤਾ। ਕਬ ਗੁਰ ਚਰਨਨ ਪਰ ਬਲਿਹਾਰੇ। ਕਵੀ ਗੁਰੂ ਚਰਨਾਂ ਤੋਂ ਬਲਿਹਾਰ ਜਾਂਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ, ਜੋ ਤੀਜੇ ਮਹੱਲੇ ਦਾ। ਮਥੋ ਮੁਰਾਰੀ ਆਨੰਦ ਵਿਆਹ ਪ੍ਰਸੰਗ ਵਰਣਨ। ਇਹ ਮਥੋ ਮੁਰਾਰੀ ਤੇ ਆਨੰਦ ਵਿਆਹ ਦਾ ਕਾਰਜ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਚਤੁਰਦਸਮੋ ਮੰਦਰ ਹੈ। ਇਹ ਭਾਈ ਚਤੁਰਦਸਮੋ 14ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 15ਵੇਂ ਘਰ ਦਾ ਪ੍ਰਸੰਗ ਕਹਿ ਰਹੇ ਹਨ। ਦਿਜ ਖੇਡਾ ਇੱਕ ਸੋਏਰੀ, ਦੁਰਗਾ ਭਗਤ ਵਿਸਾਲ। ਦਿਜ ਖੇਡਾ ਇੱਕ ਸੋਏਰੀ, ਤੇ ਇੱਕ ਦਾ ਨਾਂ ਸੀ ਦੁਰਗਾ ਭਗਤ, ਇੱਕ ਸੀ ਬ੍ਰਾਹਮਣ ਖੇਡਾ ਸੋਏਰੀ। ਇਹ ਜਾਤੀ ਦੇ ਨਾਮ ਨੇ। ਇਹ ਇਸ ਤਰ੍ਹਾਂ ਭਾਈ ਬਹੁਤ ਵੱਡੇ ਭਗਤ, ਨਿਤ ਪ੍ਰਤ ਪੂਜਾ ਬਹੁ ਕਰੇ, ਧਰੇ ਧਿਆਨ ਸਭ ਕਾਲ। ਨਿਤਾ ਪ੍ਰਤੀ ਬਹੁਤ ਪੂਜਨ ਕਰਦੇ ਆ, ਪੂਜਾ ਕਰਦੇ ਨੇ ਤੇ ਹਰ ਸਮੇਂ ਧਿਆਨ ਧਰਦੇ ਹਨ ਸਤਿਗੁਰੂ ਜੀ ਦਾ। ਚੌਪਈ ਇੱਕ ਵਾਰੀ ਯਾਤਰਾ ਕੋ ਚੱਲਿਓ। ਇੱਕ ਵਾਰੀ ਇਹ ਕਿਸੇ ਪਾਸੇ ਯਾਤਰਾ ਤੇ ਚੱਲੇ ਸਨ। ਤਿਸ ਕੇ ਸੰਗ ਬ੍ਰਿੰਦ ਨਰ ਮਿਲਿਓ। ਇਹਨਾਂ ਦੇ ਨਾਲ ਹੋਰ ਬਹੁਤ ਲੋਕ ਮਿਲ ਗਏ। ਤੇ ਜਾਂ ਇਹਦਾ ਜਿਹੜਾ ਦਿਜ ਖੇਡਾ ਇੱਕ ਸੋਇਰੀ, ਦੁਰਗਾ ਭਗਤ ਵਿਸਾਲ। ਹਾਂ, ਇਹਦੇ ਇਉਂ ਜਾਣਨਾ ਵੀ ਇਹ ਬ੍ਰਾਹਮਣ ਖੇਡਾ ਇਹਦਾ ਨਾਂ ਸੀ, ਸੋਇਰੀ ਜਾਤੀ ਸੀ। ਜਿਵੇਂ ਬ੍ਰਾਹਮਣਾਂ ਦੇ ਵਿੱਚ ਵੀ ਕਈ ਜਾਤਾਂ। ਦੁਰਗਾ ਭਗਤ, ਦੁਰਗਾ ਦੇਵੀ ਦਾ ਇਹ ਵੱਡਾ ਭਗਤ ਸੀ। ਨਿਜ ਪ੍ਰਤ ਨਿਤ ਪ੍ਰਤ ਪੂਜਾ ਬਹੁ ਕਰੇ, ਧਰੇ ਧਿਆਨ ਸਭ। ਨਿਤਾ ਪ੍ਰਤੀ ਬਹੁਤ ਪੂਜਾ ਕਰਦਾ, ਧਿਆਨ ਧਰਦਾ। ਇੱਕ ਵਾਰੀ ਯਾਤਰਾ ਨੂੰ ਚੱਲਿਆ, ਇਹਦੇ ਨਾਲ ਬਹੁਤ ਲੋਕ ਮਿਲੇ ਹਨ। ਚਲਤ ਪੰਥ ਮਹਿ ਗੁਰਪੁਰ ਆਵਾ। ਚੱਲਦਾ ਹੋਇਆ ਰਸਤੇ ਦੇ ਵਿੱਚ ਗੁਰਪੁਰੀ ਆ ਗਿਆ ਹੈ, ਗੋਇੰਦਵਾਲ ਸਾਹਿਬ। ਦਰਸ਼ਨ ਕਰਬੇ ਕੋ ਲਲਚਾਵਾ। ਤੇ ਇਹਦਾ ਮਹਾਰਾਜ ਦੇ ਦਰਸ਼ਨ ਕਰਨ ਨੂੰ ਮਨ ਲਲਚਾਇਆ ਹੈ।
ਭਇਓ ਠਾੜ ਜਬ ਗੁਰ ਕੇ ਦੁਆਰੇ। ਜਦੋਂ ਗੁਰੂ ਸਾਹਿਬ ਦੇ ਦਰ ਤੇ ਖੜਾ ਹੋਇਆ, ਤਬ ਸਿੱਖਨ ਇਮ ਬਾਕ ਉਚਾਰੇ। ਤਦ ਸਿੱਖਾਂ ਨੇ ਇਸ ਤਰ੍ਹਾਂ ਬਾਕ ਬਚਨ ਕਹੇ, ਗੁਰ ਆਗਿਆ ਕੋ ਸੁਨ ਬੋ ਕਰੀਐ। ਵੀ ਐ ਖੇਡਾ ਬ੍ਰਾਹਮਣ ਸੋਇਰੀ ਖੇਡਾ, ਭਾਈ ਪਹਿਲਾਂ ਗੁਰੂ ਦੀ ਆਗਿਆ ਸੁਣ ਲੈ, ਤੂੰ ਕੀ ਹੈ। ਬਹੁਰ ਨਕੀਤ ਪੌਰ ਮਹਿ ਬਰੀਐ। ਫੇਰ ਤੂੰ ਇਸ ਘਰ ਦੇ ਦਰਵਾਜ਼ੇ 'ਚ ਵੜੀ, ਮੁੜ ਕੇ ਅੰਦਰੋਂ ਉਵੇਂ ਮੁੜਿਆ ਮੈਂ ਨਹੀਂ ਆਉਂ, ਮੈਂ ਤਾਂ ਬ੍ਰਾਹਮਣ ਹਾਂ। ਫੇਰ ਤੂੰ ਦਰਵਾਜ਼ੇ ਵੜੀ, ਪਹਿਲਾਂ ਗੁਰੂ ਕਾ ਹੁਕਮ ਸੁਣ ਲੈ। ਪ੍ਰਥਮ ਦੇਗ ਤੇ ਅਚ ਬਹੁ ਜਾਏ। ਹੁਕਮ ਇਹ ਹੈ, ਪਹਿਲਾਂ ਲੰਗਰ ਵਿੱਚ ਜਾ ਕੇ ਛਕ ਭੋਜਨ ਪਦਾਰਥ ਪ੍ਰਸ਼ਾਦਾ। ਪਿੱਛੇ ਗੁਰ ਦਰਸ਼ਨ ਕੋ ਪਾਏ। ਪਿੱਛੋਂ ਗੁਰੂ ਦੇ ਦਰਸ਼ਨ ਪਾਵੇਂਗਾ। ਸੁਣ ਕਰ ਖੇਡੇ ਕੀਨ ਵਿਚਾਰਨ। ਸੁਣ ਕਰਕੇ ਭਾਈ ਖੇਡੇ ਨੇ ਇਹ ਗੱਲ ਵਿਚਾਰਨਾ ਕੀਤੀ, ਮੈਂ ਕਿਮ ਕਰਹੂੰ ਨੇਮ ਨਿਵਾਰਨ। ਤੇ ਮੈਂ ਆਪਣਾ ਨੇਮ ਕਿਵੇਂ ਛੱਡ ਦੇਵਾਂ। ਸੋਚ ਕਰ ਕਰੂੰ ਆਹਾਰ ਹਮੇਸ਼ੂ। ਕਿਉਂਕਿ ਮੈਂ ਤੇ ਹਮੇਸ਼ਾ ਸੁੱਚਮ ਨਾਲ ਤਿਆਰ ਕਰਕੇ ਭੋਜਨ ਛਕਦਾ ਹਾਂ। ਗੁਰ ਕੀ ਦੇਗ ਪ੍ਰਵੇਸ਼ ਅਸੇਸੂ। ਆ ਗੁਰੂ ਕੇ ਲੰਗਰ ਵਿੱਚ ਤਾਂ ਸਾਰੇ ਹੀ ਜਾ ਵੜਦੇ ਹਨ। ਆਸ਼ਰਮ ਵਰਨ ਨੇਮ ਵਿਵਹਾਰ। ਇੱਥੇ ਆਸ਼ਰਮ ਵਰਨ ਦਾ ਜਿਹੜਾ ਨੇਮ ਵਿਵਹਾਰ ਹੈ। ਗੁਰ ਕੋ ਮਿਲ ਹੈ ਸਕਲ ਨਿਰਵਾਰ। ਗੁਰੂ ਸਾਹਿਬ ਨੂੰ ਜਿਹੜਾ ਮਿਲ ਜਾਂਦਾ ਮਹਾਰਾਜ ਤਾਂ ਸਾਰਿਆਂ ਦਾ ਹੀ ਖਤਮ ਕਰ ਦਿੰਦੇ ਹਨ। ਦੁਰਲਭ ਵਰਨ ਸੋ ਆਸ਼ਰਮ ਧਰਮ। ਪਰ ਮੇਰਾ ਜਿਹੜਾ ਵਰਨ ਹੈ ਦੁਰਲਭ ਹੈ, ਆਸ਼ਰਮ ਜਿਹੜਾ ਮੇਰਾ ਧਰਮ ਆਸ਼ਰਮ ਹੈ। ਨਹਿ ਤਜ ਸਕੂੰ ਸਹਿਤ ਜਗ ਸਰਮ। ਮੈਂ ਇਹ ਛੱਡ ਨਹੀਂ ਸਕਦਾ ਜਗਤ ਦੀ ਲੱਜਾ ਦੇ ਸਹਿਤ। ਇਮ ਔਰ ਤਰਕਟ ਹਟ ਸੋ ਰਹਿਓ। ਇਉਂ ਹਿਰਦੇ ਵਿੱਚ ਮਨ ਵਿੱਚ ਤਰਕ ਉੱਠੀ ਤੇ ਵਾਪਸ ਮੁੜ ਪਿਆ। ਅੰਤਰ ਗਇਓ ਨਾ ਦਰਸ਼ਨ ਲਹਿਓ। ਨਾ ਅੰਦਰ ਗਿਆ, ਨਾ ਮਹਾਰਾਜ ਦੇ ਦਰਸ਼ਨ ਕੀਤੇ ਹਨ। ਗਮਨਿਓ ਪੰਥ ਅਗਾਰੀ ਫੇਰ। ਤੇ ਅੱਗੇ ਨੂੰ ਇਹ ਭਾਈ ਆਪਣੇ ਮਾਰਗ ਤੇ ਚੱਲ ਪਿਆ। ਲੀਏ ਸੰਗ ਮਹਿ ਸੰਗ ਬਡੇਰ। ਆਪ ਦੇ ਨਾਲ ਇਹਨੇ ਵੱਡਾ ਜਿਹੜਾ ਸੰਗ ਹੈ ਉਹਨੂੰ ਲਿਆ ਹੋਇਆ। ਗੋਇੰਦਵਾਲ ਤਜੋ ਦੋਏ ਕੋਸ। ਗੋਇੰਦਵਾਲ ਸਾਹਿਬ ਛੱਡ ਕੇ ਅੱਗੇ ਜਾ ਕੇ 2 ਕੋ ਜਾਏ ਕਰਿਓ ਡੇਰਾ ਸ਼ਰਮ ਰੋਸ। ਤੇ ਇਹਨੇ ਭਾਈ ਥੱਕੇ ਹੋਏ ਨੇ, ਉੱਥੇ ਥਕਾਵਟ ਗੁੱਸੇ ਵਿੱਚ 2 ਕੋ ਦੂਰ ਜਾ ਕੇ ਡੇਰਾ ਕਰ ਲਿਆ। ਖਾਨ ਪਾਨ ਕਰਿਓ ਜਬ ਸੋਇਓ। ਉਥੇ ਆਪਣਾ ਅੰਨ ਪਾਣੀ ਤਿਆਰ ਕੀਤਾ, ਖਾ ਪੀ ਕੇ ਜਦੋਂ ਸੌਂ ਗਏ। ਮਹਾ ਭਿਆਨਕ ਸੁਪਨੋ ਹੋਇਓ। ਇਹਨੂੰ ਬਹੁਤ ਭਿਆਨਕ ਸੁਪਨਾ ਆਇਆ। ਦਾਰਨ ਰੂਪ ਕਾਲ ਕਾ ਹੇਰ। ਤੇ ਇਹਨੇ ਕੀ ਵੇਖਿਆ ਕਿ ਕਾਲਕਾ ਦੇਵੀ ਬੜਾ ਦਾਰਨ ਭਿਆਨਕ ਰੂਪ ਹੈ। ਤਰਾਸ ਪਾਏ ਕਰ ਬੋਲਿਓ ਫੇਰ। ਉਹ ਜਦੋਂ ਰੂਪ ਵੇਖਿਆ ਇਹ ਡਰ ਗਿਆ ਤੇ ਡਰ ਪਾ ਕੇ ਫਿਰ ਕਹਿਣ ਲੱਗਿਆ, ਹੇ ਮਾਤਾ ਮੈਂ ਭਗਤ ਤੁਮਾਰਾ। ਕਹਿੰਦਾ ਹੈ ਮਾਤਾ ਮੈਂ ਤੇ ਤੇਰਾ ਭਗਤ ਹਾਂ। ਕਰੂਰ ਜੋਗਨੀ ਮੋਹਿ ਪਰਵਾਰਾ। ਤੇ ਆ ਕਰੂਰ ਜੋਗਨੀ ਆ ਭਿਆਨਕ ਜਿਹੜਾ ਆ ਰੂਪ ਇਹ ਤੇਰਾ ਮੋਹਿ ਪਰਵਾਰਾ। ਇਹ ਸਾਰਾ ਜਿਹੜਾ ਕਰੂਰ ਜੋਗਣੀ ਆ ਇਹ ਬਹੁਤ ਭਿਆਨਕ ਮੇਰੇ ਆਲੇ ਦੁਆਲੇ ਹੋਈਆਂ ਨੇ। ਇਨ ਤੇ ਰੱਛਾ ਮੇਰੀ ਕਰੀਐ। ਮਾਤਾ ਮੇਰੀ ਇਹਨਾਂ ਤੋਂ ਰੱਖਿਆ ਕਰ। ਨਹਿ ਭਖੈ ਸਗਰੀ ਨਿਰਵਰੀਐ। ਇਹ ਤੇ ਮੈਨੂੰ ਖਾਈ ਨਾ ਜਾਣ, ਇਸ ਕਰਕੇ ਸਾਰੀਆਂ ਦੂਰ ਕਰ। ਕੌਣ ਦੋਸ਼ ਮੇਰੋ ਅਸ ਜੋਵਾ। ਇਹੋ ਜਿਹਾ ਤੂੰ ਕਿਹੜਾ ਦੋਸ਼ ਮੇਰੇ ਵਿੱਚ ਵੇਖ ਲਿਆ, ਜਿਸ ਤੇ ਤਰਾਸਕ ਦਰਸ਼ਨ ਹੋਵਾ।
ਜਿਹਦੇ ਕਰਕੇ ਆ ਤੇਰਾ ਭਿਆਨਕ ਰੂਪ ਵਿੱਚ ਮੈਨੂੰ ਦਰਸ਼ਨ ਹੋਇਆ ਹੈ। ਸੁਪਨੇ ਮੈਂ ਤਿਸ ਕੋ ਸਮਝਾਇਓ, ਇਹਨੂੰ ਸੁਪਨੇ ਦੇ ਵਿੱਚ ਹੀ ਫਿਰ ਸਮਝਾਇਆ। ਹੁਤੋ ਭਗਤ ਤਬ ਦਰਸ਼ਨ ਪਾਇਓ, ਇਹ ਦਰਸ਼ਨ ਤੈਨੂੰ ਤਾਂ ਹੋਇਆ ਤੂੰ ਮੇਰਾ ਭਗਤ ਸੀ। ਸਤਿਗੁਰ ਤੇ ਬੇਮੁਖ ਹੋਏ ਆਵਾ, ਪਰ ਦੂਜੀ ਗੱਲ ਤੂੰ ਸਤਿਗੁਰੂ ਤੋਂ ਬੇਮੁਖ ਹੋ ਕੇ ਆ ਗਿਆ ਗੁਰੂ ਅਮਰਦਾਸ ਜੀ ਤੋਂ। ਜਾਂ ਤੇ ਹੋਏ ਤਰਾਸ ਦਰਸਾਵਾ, ਇਸ ਕਰਕੇ ਮੈਂ ਤੈਨੂੰ ਜਿਹੜਾ ਹੈ ਤੂੰ ਮੇਰੇ ਦਰਸ਼ਨ ਕਰਕੇ ਤਰਾਸ ਡਰ ਵਿੱਚ ਹੋਇਆ। ਇਹ ਭਿਆਨਕ ਰੂਪ ਵਿੱਚ ਹੋਏ ਦਰਸ਼ਨ ਤੈਨੂੰ। ਮੋਹੇ ਭਗਤ ਕਰ ਬੇਫਲ ਇਹੋ ਹੈ, ਮੇਰੀ ਭਗਤੀ ਕਰਨ ਦਾ ਫਿਰ ਫਲ ਇਹੀ ਹੈ। ਸ਼ਰਧਾ ਜੁਤ ਗੁਰ ਦਰਸ਼ਨ ਲਿਹੋ ਹੈ, ਕਿ ਤੂੰ ਸ਼ਰਧਾ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ। ਜਗਤ ਉਦਾਹਰਨ ਹਿਤ ਅਵਤਾਰ, ਉਹ ਪਰਮੇਸ਼ਰ ਨੇ ਜਗਤ ਦਾ ਉਧਾਰ ਕਰਨ ਵਾਸਤੇ ਉਹਨਾਂ ਅਵਤਾਰ ਲਿਆ ਹੈ। ਗੁਰੂ ਰੂਪ ਹੋਏ ਰਹੇ ਉਦਾਰ, ਉਹ ਤਾਂ ਮਹਾਨ ਗੁਰੂ ਸਰੂਪ ਹੋ ਰਹੇ ਨੇ ਭਗਵਾਨ ਆਪ ਹੀ। ਲੱਖੋਂ ਲੋਕ ਸੁਮਤ ਕੋ ਪਾਏ, ਤੇ ਲੱਖਾਂ ਲੋਕ ਉਹਨਾਂ ਦੇ ਚਰਨੀ ਲੱਗ ਕੇ ਸ੍ਰੇਸ਼ਟ ਮਤ ਨੂੰ ਪਾ ਕਰ ਸਿੱਖੀ ਮਾਰਗ ਕੋ ਪ੍ਰਗਟਾਏ, ਇਹ ਸਿੱਖੀ ਮਾਰਗ ਨੂੰ ਪ੍ਰਗਟ ਕਰ ਰਹੇ ਹਨ। ਸੁਨ ਸੁਪਨੇ ਮਹਿ ਬੰਧਨ ਕੀਨ, ਇਹ ਖੇਡਾ ਸੋਰੀ ਨੇ ਸੁਣ ਕੇ ਸੁਪਨੇ ਵਿੱਚ ਹੀ ਫਿਰ ਬੰਦਨਾ ਕੀਤੀ। ਜਾਗਿਓ ਪੁਨ ਅਚਰਜ ਮਨ ਲੀਨ, ਤੇ ਜਾਗ ਆ ਗਈ ਇਸ ਨੂੰ, ਫਿਰ ਇਹਨੇ ਮਨ ਵਿੱਚ ਅਚਰਜਤਾ ਲਈ ਹੈਰਾਨੀ ਜੀ ਪ੍ਰਗਟ ਕੀਤੀ। ਭਈ ਭੋਰ ਹਟ ਕਰ ਪੁਨ ਆਇਓ, ਜਦੋਂ ਸਵੇਰ ਹੋਈ ਫਿਰ ਉੱਥੋਂ ਵਾਪਸ ਮੁੜਿਆ ਆ। ਗੋਇੰਦਵਾਲ ਪੁਰੀ ਦਰਸਾਇਓ, ਤੇ ਗੋਇੰਦਵਾਲ ਸਾਹਿਬਾਪੁਰੀ ਦਰਸ਼ਨ ਕੀਤੇ। ਪ੍ਰਥਮ ਦੇਗ ਮਹਿ ਅਚਿਓ ਆਹਾਰਾ, ਸਭ ਤੋਂ ਪਹਿਲਾਂ ਲੰਗਰ ਵਿੱਚ ਇਹਨੇ ਪ੍ਰਸ਼ਾਦਾ ਛਕਿਆ। ਪੁਨ ਗਮਨਿਓ ਸਤਿਗੁਰ ਦਰਬਾਰਾ, ਫਿਰ ਭਾਈ ਗੁਰੂ ਦੇ ਦਰਬਾਰ ਨੂੰ ਗਿਆ ਹੈ। ਜਿਸ ਕੇ ਹਿਰਦੇ ਪ੍ਰੇਮ ਬਹੁ ਜਾਗਾ, ਜਿਹਦੇ ਹਿਰਦੇ ਵਿੱਚ ਬਹੁਤ ਵੱਡਾ ਪ੍ਰੇਮ ਜਾਗਿਆ। ਜਾਗਨ ਲੱਗੇ ਭਾਲ ਕੇ ਭਾਗਾ, ਇਹਦੇ ਮੱਥੇ ਦੇ ਭਾਗ ਜਾਗਣ ਲੱਗੇ ਹਨ। ਦਰਸ਼ਨ ਕਰਿਓ ਜਾਏ ਕਰ ਜਬੈ, ਤੇ ਜਦੋਂ ਇਸ ਖੇਡਾ ਸੋਰੀ ਨੇ ਜਾ ਕੇ ਦਰਸ਼ਨ ਕੀਤੇ। ਪ੍ਰੇਮ ਅਧੀਨ ਪਰਿਓ ਭਗ ਤਬੈ, ਤਾਂ ਪ੍ਰੇਮ ਦੇ ਅਧੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ। ਸਤਿਗੁਰ ਨੇ ਬੂਝਿਓ ਤਿਸ ਤਾਹੀ, ਗੁਰੂ ਅਮਰਦਾਸ ਪਾਤਸ਼ਾਹ ਨੇ ਇਹਨੂੰ ਪੁੱਛਿਆ ਹੈ, ਹੇ ਭਾਈ ਕਿਸ ਕਾਰਨ ਆਹੀ। ਮਹਾਰਾਜ ਕਹਿੰਦੇ ਭਾਈ ਤੂੰ ਕਿਸ ਕਰਕੇ ਆਇਆ ਹੈ। ਸੁਣ ਖੇਡੇ ਨੇ ਸਰਬ ਬਿਰਤਾਂਤ, ਇਹ ਸੁਣ ਕੇ ਫਿਰੇ ਭਾਈ ਖੇਡਾ ਸੋਇਰੀ ਨੇ ਸਾਰਾ ਹਾਲ ਬਿਦਤ ਗੁਪਤ ਸਭ ਕਹਿ ਬਖਿਆਤ, ਜੋ ਪ੍ਰਤੱਖ ਸੀ ਜੋ ਗੁਪਤ ਸੁਪਨੇ ਵਿੱਚ ਸਾਰਾ ਕੁਝ ਪ੍ਰਤੱਖ ਕਹਿ ਦਿੱਤਾ। ਸੁਣ ਕਰ ਸਤਿਗੁਰ ਬਚਨ ਉਚਾਰਾ, ਤੇ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਬਚਨ ਕਹੇ। ਹੇ ਖੇਡਾ ਜਪ ਹੋ ਕਰਤਾਰਾ, ਇਹ ਭਾਈ ਖੇਡਾ ਸੋਰੀ ਕਰਤਾਰ ਦਾ ਨਾਮ ਜਪਿਆ ਕਰ। ਪਰਿਓ ਸਰਨ ਖੇਡਾ ਗੁਰ ਕੇਰੀ, ਫਿਰ ਇਹ ਭਾਈ ਖੇਡਾ ਗੁਰੂ ਕੀ ਸ਼ਰਨ ਪੈ ਗਿਆ। ਹੇ ਸਤਿਗੁਰ ਇਹੋ ਬੇਨਤੀ ਮੇਰੀ, ਹੇ ਸਤਿਗੁਰੂ ਜੀ ਇਹ ਮੇਰੀ ਬੇਨਤੀ ਹੈ। ਰਾਵਰ ਚਰਨਾਮ੍ਰਿਤ ਮੋਹਿ ਦੀਜੈ, ਆਪਣਾ ਚਰਨ ਅੰਮ੍ਰਿਤ ਕਿਰਪਾ ਕਰਕੇ ਮੈਨੂੰ ਦੇ ਦਿਓ। ਨਿਜ ਸਿੱਖਿਆ ਦੇ ਸਿੱਖ ਕਰੀਜੈ, ਤੇ ਆਪਣੀ ਸਿੱਖਿਆ ਦੇ ਕੇ ਆਪਣਾ ਸਿੱਖ ਬਣਾ ਲਓ। ਪਿਖ ਸ਼ਰਧਾ ਗੁਰ ਭਏ ਦਿਆਲ, ਇਹਦੀ ਸ਼ਰਧਾ ਵੇਖ ਕੇ ਗੁਰੂ ਸਾਹਿਬ ਦਿਆਲੂ ਹੋਏ। ਮੰਤਰ ਸਤ ਨਾਮ ਤਿਸ ਕਾਲ,
ਸੱਚੇ ਨਾਮ ਦਾ, ਪਰਮੇਸ਼ਰ ਦੇ ਨਾਮ ਦਾ ਉਸ ਸਮੇਂ ਮੰਤਰ ਇਸ ਨੂੰ ਦੇਤ ਭਏ ਲੀਏ ਸਿੱਖ ਬਣਾਏ। ਕਿਉਂ ਬਖਸ਼ਿਸ਼ ਕਰਕੇ ਭਾਈ ਆਪਣਾ ਸਿੱਖ ਬਣਾ ਲਿਆ ਹੈ। ਪੁਨ ਕਿਰਪਾਲ ਅਸ ਬਚਨ ਲਾਏ। ਫਿਰ ਕਿਰਪਾਲੂ ਸਤਿਗੁਰੂ ਜੀ ਨੇ ਇਸ ਤਰ੍ਹਾਂ ਬਚਨ ਕਹੇ, ਮਿਲਹਿ ਜੋ ਤੋਹੇ ਦੇਹੋ ਉਪਦੇਸ਼ਾ। ਭਾਈ ਸਿੱਖੀ ਦਾ ਪ੍ਰਚਾਰ ਕਰੀ, ਜਿਹੜਾ ਤੈਨੂੰ ਮਿਲੇ ਉਹਨੂੰ ਉਪਦੇਸ਼ ਦੇਈ। ਸਿੱਖੀ ਕੋ ਬਿਸਤਰੋ ਹਮੇਸ਼ਾ, ਤੇ ਸਿੱਖੀ ਦਾ ਹਮੇਸ਼ਾ ਵਿਸਥਾਰ ਕਰਨਾ ਹੈ। ਇਮ ਕਹਿ ਕਿਰਪਾ ਦ੍ਰਿਸ਼ਟ ਸੋਹੇਰਾ। ਇਸ ਤਰ੍ਹਾਂ ਭਾਈ ਕਿਰਪਾ ਦ੍ਰਿਸ਼ਟੀ ਨਾਲ ਇਸ ਨੂੰ ਵੇਖਿਆ ਹੈ। ਉਪਜਿਓ ਬ੍ਰਹਮ ਗਿਆਨ ਬਿਨ ਵਿਦੇਰਾ। ਬਿਨਾਂ ਦੇਰੀ ਤੋਂ ਇਹਦੇ ਅੰਦਰ ਭਾਈ ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਕਰ ਆਜਮਤ ਜੁਤ ਦੀਨ ਵਿਦਾਈ। ਇਹਨੂੰ ਕਰਾਮਾਤ ਸਹਿਤ ਕਰਕੇ ਮਹਾਰਾਜ ਨੇ ਵਿਦਿਆ ਦਿੱਤੀ। ਸਤਿਨਾਮ ਕੀ ਔਰ ਲਿਵ ਲਾਈ। ਤੇ ਸੱਚੇ ਨਾਮ ਦੀ ਇਹਦੇ ਹਿਰਦੇ ਵਿੱਚ ਲਿਵ ਲਾ ਦਿੱਤੀ। ਭੁਕਤ ਮੁਕਤ ਲੈ ਘਰ ਕੋ ਗਇਓ। ਲੋਕ ਪਰਲੋਕ ਦੇ ਸੁੱਖ ਲੈ ਕੇ ਘਰ ਨੂੰ ਗਿਆ ਹੈ। ਨਰ ਅਨੇਕ ਕੋ ਸੰਕਟ ਹਇਓ। ਤੇ ਅਨੇਕਾਂ ਫਿਰ ਭਾਈ ਪ੍ਰਾਣੀਆਂ ਦੇ ਨੇ ਗੁਰੂ ਸਿੱਖੀ ਪ੍ਰਚਾਰ ਕਰਦਿਆਂ ਉਪਦੇਸ਼ ਦੇ ਕੇ ਦੁੱਖ ਸੰਕਟ ਕੱਟੇ। ਇਹ ਭਾਈ ਖੇਡਾ ਸੋਰੀ ਗੁਰੂ ਕਾ ਸਿੱਖ ਬਣਿਆ। ਆਓ ਹੁਣ ਟਾਈਮ ਹੋ ਗਿਆ ਹੈ। ਗੁਰੂ ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।